पंजाब की सबसे बड़ी तहसील जड़ांवाला में मिर्ज़ा जट के जो दरबार है वहाँ पर हम मौजूद हैं। आज हम बाबा वलैद से जानेंगे इनकी जो हिस्ट्री वो क्या है, ये कब पैदा हुए, इनके जो भी हिस्ट्री हम आपको दिखाएंगे। मिर्ज़ा बाबा वलैद साहब के पास चलते हैं, आपको बताते हैं इनकी ये क्या हिस्ट्री है और ये कब तक यहाँ से इनके मज़ार बने हुए हैं। पंजाब की सबसे बड़ी तहसील जड़ांवाला से 18 किलोमीटर दूर सईदवाला रोड पर मिर्ज़ा जट का दानाबाद गाँव वाक़या है। मिर्ज़ा जट 4 भाई और इनकी एक ही बहन थी। मिर्ज़ा जट के वालिद का नाम बंजल जट खर था, जो अपने कबीले का सरदार था। मिर्ज़ा जट और साहिबा आपस में रिश्तेदार थे। साहिबा मिर्ज़े के मामू की बेटी थी। बचपन से ही दोनों में प्यार मोहब्बत शुरू हो गया था। ਇਹਨਾਂ ਦੀ ਕੀ ਹਿਸਟਰੀ ਸੀਗੀ, ਇਹਨਾਂ ਦਾ ਕੀ ਪਿਆਰ ਮੁਹੱਬਤ ਸੀ, ਕੀ ਇਸ਼ਕ ਚੱਲਦਾ ਸੀ ਇਹਨਾਂ ਦਾ? ਸਾਰੀ ਗੱਲ ਦੱਸਣਾ। ਇਹ ਅਕਬਰ ਬਾਦਸ਼ਾਹ ਦੇ ਦੌਰ 'ਚ ਦੁੱਲਾ ਭੱਟੀ ਪਿੰਡੀ ਭੱਟੀਆਂ ਦੀ ਦਾ ਤੇ ਪੀਰ ਬੈਨ ਹਜ਼ਰਤ ਨੌਸ਼ਾ ਪਾਕ ਦੇ ਮੁਰੀਦ ਹਨ ਜੀ। ਇੱਥੇ ਹੁਣ ਬੈਠਿਆਂ ਨੇ ਚੜ੍ਹਦੇ ਕੁਸਾਬ ਵਾਲੀ ਗੋਠੇ ਦਾਨਾਬਾਦ 6 ਮੀਲਾਂ ਤੋਂ ਇੱਥੇ ਆਏ। ਇੱਕ ਪਿੰਡਾਂ ਦਾ ਦਾਨਾਬਾਦ ਪਿੰਡ ਜਿਹੜਾ ਪਿੰਡ ਇੱਥੋਂ ਦਾ ਜੰਮਾ ਹੈ ਮਿਰਜ਼ਾ, ਸਰਜਾ, ਗਰਜਾ, ਨੂਰ ਸਮੰਦ, ਪੰਜਵੀਂ ਬੈਣ ਛੱਤੀ। ਇਹ 5 ਬੈਣ ਬਿਰਾ ਅਗਾਂ ਤਿੰਨਾਂ ਦਿਆਂ ਦੀ ਅਗਾਂ ਅਸੀਂ ਨਸਲ ਚੱਲੇ ਹੁੰਦੇ। ਆਪਾਂ ਬੈਠਿਆਂ ਨਨਕਾਣੇ ਸਾਹਿਬ ਇੱਥੋਂ ਜਿੱਥੇ ਬੈਠਿਆਂ ਤੋਂ ਚੜ੍ਹਦੇ ਡੇਕ 3 ਮੀਲਾਂ 'ਤੇ ਡੇਕ ਦੇ ਚੜ੍ਹਦੇ ਇਹਨਾਂ ਪਿੰਡਾਂ 'ਚ ਠੱਟਾ ਵੀ ਜਲਕਾ ਵੱਜਦਾ ਹੈ। ਮਿਰਜ਼ੇ ਦੇ ਬਾਪ ਦੇ ਨਾਂ 'ਤੇ ਜਿੰਦੀ ਤੀਜੀ ਮਜ਼ਾਰ ਬੂਹਾਂ ਵੜਦੇ ਸਾਹਿਬਾਂ ਹੈ ਵਿਛਲਾ ਮਿਰਜ਼ਾ ਅਗਲਾ ਰਾਹ ਵੀ ਜਲ ਤੇ ਗਰਜੇ ਦੀ ਨਸਲ ਅਸੀਂ ਨਨਕਾਣੇ ਸਾਹਿਬ ਦੀ ਦੂਦੇ 'ਚ ਬੈਠਿਆਂ ਹੈ ਤੇ ਸਰਜੇ ਦੀ ਡੇਕ ਤੋਂ ਲੰਘਦੇ ਤਹਿਸੀਲ ਜਿਹੜਾ ਜ਼ਿਲ੍ਹਾ ਫੈਸਲਾ ਤੇ ਨੂਰ ਸਮੰਦ ਦੀ ਸਾਈ ਆਵਾਜ਼ ਆ ਵੀ ਇਹਨਾਂ ਕੁਤਾਬ ਨੂੰ ਕੋਈ 20 ਮੀਲ ਡਿਪਟੀ ਦਾ ਚੱਕਮ ਦਾ ਨਾਲ ਬੱਲੋਆਣਾ ਪਿੰਡ ਹੈ ਜਿਹੜੇ ਮਿਰਜ਼ੇ ਦੇ ਅਗਾਂ 3 ਬਿਰਾਵਾਂ ਦੀ ਨਸਲ ਲੱਗੇ ਉਹਨਾਂ ਤੇ ਜੰਮਾ ਨੰਦਾ ਇੱਥੋਂ ਦਾ ਦਾਨਾਬਾਦ ਰਾਹ ਰੰਮੂ ਵੱਡਾ ਹੈ, ਰਾਹ ਵੀ ਜਲ ਨਿੱਕਾ, ਰਾਜ ਰਾਲ ਦੇ ਪੋਤਣ ਸਾਈ ਖਰਾ ਜੱਟ। ਇਹ ਜਗੀਰ ਨੰਦੀ ਆਈ ਅਕਬਰ ਬਾਦਸ਼ਾਹ ਦੇ ਦੌਰ ਜਿਵੇਂ ਦੁੱਲੇ ਭੱਟੀ ਦੀ ਬਾਹਰ ਆਈ ਪਿੰਡੀ ਭੱਟੀਆਂ ਦੀ। ਇਹ ਰਾਹ ਵੀ ਜਲ ਮੱਝੀ ਲੈ ਤੇ ਵਾਗਾ ਖੀਵਾ ਮਣੀਆਂ ਦਾ ਹੈ। ਜ਼ਿਲ੍ਹੇ ਜੰਗ ਤੋਂ 18-20 ਮੀਲ ਚਨੋਟ ਨੂੰ ਜਾਵੀਏ ਤਾਂ ਹੁਣ ਖਾਨਖੀ ਵਾਡਾ ਬਣ ਗਿਆ। ਮੈਂ ਨਹੀਂ ਗਿਆ, ਉਹ ਬੰਦੇ ਮੈਨੂੰ ਦੱਸਦੇ ਹਨ। ਸਾਹਿਬਾਂ ਦੇ ਬਾਪ ਦੇ ਨਾਂ 'ਤੇ ਬਣਿਆ ਇਹਦਾ ਖਾਨਖੀ ਵਾਡਾ। ਉੱਥੇ ਮੱਝੀ ਲੈ ਗਿਆ ਮਿਰਜ਼ੇ ਦਾ ਬਾਪ ਚਰਾਈ ਵਾਸਤੇ ਗਾਹ ਬੂਟ ਹੁੰਦਿਆਂ ਖੂਹਾਂ ਦੀਆਂ ਜੀ। ਇਹ ਮਿਰਜ਼ਾ ਸਾਹਿਬਾ ਤੇ ਜਿਹੜਾ ਵਾ ਸਾਹਿਬਾ ਤੇ ਮਿਰਜ਼ਾ ਇਹ ਰਿਸ਼ਤੇਦਾਰ ਸੀ ਆਪਸ ਚ। ਖਾਨ ਖੀਵਾ ਜੀ ਮਾਣੀਆਂ ਸਾਲ ਇਹਦਾ ਮਾਮਾ ਹੈ, ਮਾਮੇ ਦੀ ਧੀ ਸੋਥਰਾਲ ਤੇ ਪੜ੍ਹਦੇ ਰਹੇ। ਮਿਰਜ਼ਾ ਦੀ ਸਾਹਿਬਾ ਜਿਹੜੀ ਮਾਮੇ ਦੀ ਧੀ ਸੀ। ਖਾਨ ਖੀਵਾ ਦਾ ਮਾਮਾ ਕੋਈ 6 ਮਹੀਨੇ ਮੱਝੀ ਰੱਖੀਆਂ ਰਾਹ ਵੀ ਚਲੋ ਤਖੀਵੇ 6 ਮਹੀਨਿਆਂ ਪਿੱਛੋਂ ਜਦੋਂ ਆਵੇਂ ਲੱਗਾ ਨਾ ਉਦੋਂ ਖਾਨ ਖੀਵੇ ਆਖਿਆ ਰਾਹ ਵੀ ਜਲ ਮਿਰਜ਼ੇ ਦੇ ਬਾਪ ਨੂੰ ਮੈਂ ਤੈਨੂੰ ਬੈਣ ਦਾ ਰਿਸ਼ਤਾ ਦੇਣਾ। ਰਾਹ ਵੀ ਜਲ ਆਖਿਆ ਵੀ ਜਦੋਂ ਮੈਂ ਦਾਨਾਬਾਦ ਗਿਆ ਨਾ ਬਿਰਾਰ ਆਰਮ ਉਹਨਾਂ ਸਲਾਹ ਕਰ ਤੇ ਮੁੜ ਦੱਸਾਂਗਾ। ਇਹ ਮੁੜ ਵਿਵਾਹ ਤੇ ਲਿਆਉਣ ਦੇ ਨਾਂ ਨਸੀਬੋ ਆ। ਇਹਦੇ 'ਚ ਮਿਰਜ਼ਾ, ਸਰਜਾ, ਗਰਜਾ ਤੇ ਨੂਰ ਸਮਾਨ ਤੇ 5ਵੀਂ ਬੈਣ ਛੱਤੀ। ਇਹ 5ਵੀਂ ਥਾਂ ਤੇ 4 ਭਰਾ ਤੇ 1 ਭੈਣ ਸੀ ਇਹਨਾਂ ਦੀ। ਇਹ ਮਾਂ ਦੀ ਕੋਕਾ ਹੀ ਸੁੱਕਾ ਆ। 4 ਬੈਣ ਬਿਰਾਂਤ 5ਵੀਂ ਥਾਂ ਤੇ ਗੁਜਰਾ ਥੱਲੋਂ ਹਜ਼ਰਤ ਨੌਸ਼ਾ ਪਾਕ ਦਾ ਦਰਬਾਰ ਹੈ। ਉਹ ਪਿੰਡੀ ਭੱਟੀਆਂ ਦੇ ਕਾਦਰਾਬਾਦ ਹੈਡ ਛਨਾਂ ਤੋਂ ਪਰ ਉਹ ਟੁਰਦੇ ਟੁਰਦੇ ਆ ਗਏ। ਅੱਲਾ ਦੇ ਵਲੀ ਟੁਰਦੇ ਆਣ ਦਾਨਾਬਾਦ ਆ ਗਏ। ਉਸ ਤੋਂ ਦੁਆ ਕਰੇ ਉਹਨੇ ਉਹ ਆਗਿਆ ਵੀ ਜਦੋਂ ਡੀਵੇ ਦਾ ਨਾਮ ਮਿਰਜ਼ਾ ਰੱਖਣਾ। ਨੌਸ਼ਾ ਪਾਕ ਨੇ ਆਖਿਆ ਸੀ ਕਿ ਇਹਦਾ ਨਾਮ ਮਿਰਜ਼ਾ ਰੱਖਣਾ, ਤੁਸੀਂ ਇਹਦਾ ਨਾਮ ਮਿਰਜ਼ਾ ਰੱਖਣਾ। ਜਦੋਂ ਜੇਠਾ 9 ਸਾਲਾਂ ਦਾ ਹੋਇਆ ਬੈਂਟਿਆਂ ਤਰ੍ਹਾਂ ਏਡੇ ਏਡੇ ਚਤੁਰਲੇ ਬਣਾਵੇ। ਦਾਨਾਬਾਦ ਦੀਆਂ ਕੁੜੀਆਂ ਮਿੱਟੀ ਦੇ ਖੂਹ ਅੰਦੇ ਆਣ ਉਸ ਖੂਹਾਂ ਤੋਂ ਪਾਣੀ ਭਰਿਆ ਉਹਨਾਂ ਮਿੱਟੀ ਦੇ ਗੜੇ ਚਾਹ ਤੇ ਇਹ ਗੁਲਾਏ ਝਾਗੂ ਤੋਂ ਘਰ 'ਤੇ ਨਿਸ਼ਾਨੇ ਲਾਉਣੇ, ਗੜੇ ਤੋੜ ਦੇਣੇ। ਮਾਂ ਪਿਓ ਨੂੰ ਉਲਾਮੇ ਮਿਲਣ ਵੀ ਸਾਡਾ ਬੱਚਾ ਸਾਨੂੰ ਤੰਗ ਕਰਦਾ ਹੈ ਤੇ ਗੜੇ ਤੋੜ ਦਿੰਦਾ। ਉਹਨਾਂ ਆਖਿਆ ਇਹਨੂੰ ਨਾਨਕਿਆਂ 'ਤੇ ਗਲੀਏ ਚਾ। ਉੱਥੇ ਗੱਲ 'ਚ ਨੇ ਸਾਹਿਬਾਂ 'ਤੇ ਰਾਤ 'ਤੇ ਪੜ੍ਹਦੇ ਰਹੇ। ਕੋਈ 10 ਸਾਲ ਖੀਵੇ ਰਿਹਾ। ਆਮਦੀ ਵਾਰੀ ਖਾਨ ਖੀਵੇ ਜੇ ਸਾਹਮਣੇ ਸਾਹਿਬਾਂ 'ਤੇ ਦਾ ਆਪੇ ਚਾਹਦ ਹੋ ਗਿਆ। 10 ਸਾਲ ਇਕੱਠੇ ਗੁਜ਼ਰੇ ਉਹਨੇ ਆਪਦੇ ਮਾਮੇ ਦੇ ਗਾਰੇ 'ਚ। ਉਹ ਮਲੇਰ ਉਸ ਮਾਮੇ ਦੀ ਧੀ ਉੱਥੇ ਪਿਆਰ ਮੁਹੱਬਤ ਦੋਨਾਂ ਦਾ ਪੈ ਗਿਆ, ਪੈ ਗਿਆ। ਇਹ ਜੀ ਗਾਰਾ ਆ ਗਿਆ ਉੱਥੇ ਇਹ ਹੋ ਗਿਆ ਵੀ ਨਾ ਤੂੰ ਮੈਨੇ ਸ਼ਾਦੀ ਕਰਾਉਣੀ ਨਾ ਮੈਂ ਆਪਾਂ ਆਪਸ ਵਿੱਚ ਕਰਨੀ। ਉਸ ਸ਼ਰਮ ਆਣ ਉਸ ਕੋਈ ਮਾਂ ਪਿਓ ਨੂੰ ਆਖਿਆ ਇਸ ਵੀ ਕੋਈ ਨਾ ਮਨੀਜੀ ਚੁੱਪ ਹੋ ਗਈ। ਕੋਈ 21-22 ਸਾਲਾਂ ਪਿੱਛੋਂ ਹਜ਼ਰਤ ਨੌਸ਼ਾ ਪਾਕ ਟੁਰਦੇ ਟੁਰਦੇ ਮੁੜ ਦਾਨਾਬਾਦ ਆ ਗਏ। ਉਹਨੂੰ ਆਖੋ ਮੁਰਸ਼ਿਦਾ ਮੇਰੇ ਅੱਖ ਦੁਆ ਕਰੋ ਮੈਨੂੰ ਮਾਮੇ ਦੀ ਧੀ ਸਾਹਿਬਾਂ ਦੀ ਜਾਵੇ। ਹਜ਼ਰਤ ਨੌਸ਼ਾ ਪਾਕ ਆਖਿਆ ਮਿਰਜ਼ਾ ਜਾਂ ਦੁਨੀਆ 'ਤੇ ਨਾਂ ਰੱਖ ਲਾ ਤੇ ਜਾਂ ਸਾਹਿਬਾਂ ਰੱਖ। ਇਸ ਆਖਿਆ ਜੀ ਮੇਰਾ ਮੁੜ ਦੁਨੀਆ 'ਤੇ ਨਾਂ ਰਵੇ। ਅੱਲਾ ਦੀ ਜ਼ਾਤ ਦਾ ਨਾਂ ਕਿਵੇਂ ਰੋਸ਼ਨ ਕੀਤਾ। ਜਿਹੜੇ ਅੰਦਾ ਬਾਬਾ ਰਾਹ ਰਮੂਆਨ ਇਹ ਜਗੀਰ ਦੇ ਅਕਬਰ ਬਾਦਸ਼ਾਹ ਨੂੰ ਠੱਕੇ ਦਿੰਦਾ ਪੈਸਾ ਕਦੋਂ ਕਿੱਲੇ ਮਗਰ ਜਿਵੇਂ ਆਪਣਾ ਪਿੰਡ ਦਾ ਲੰਬਰਦਾਰ ਆਪਣੇ ਕੋਲੋਂ ਮਾਮਲਾ ਲੈਂਦਾ। ਅਕਬਰ ਬਾਦਸ਼ਾਹ ਦਾ ਤਾਂ ਖੁਦ ਪੁਰਾਣੀ ਦਿੱਲੀ ਆ। ਉਹ ਸ਼ਾਹੀ ਕਿਲਾ ਲਾਹੌਰ ਅਕਬਰ ਬਾਦਸ਼ਾਹ ਲਾਹੌਰ ਵੀ ਹੁੰਦਾ। ਇਹ ਸੋ ਪੀਰ ਚਲੇ ਗਏ ਬਾਬੇ ਤੂੰ ਹਿੱਸਾ ਮੰਗਿਆ ਰਾਹ ਮਾ ਤੂੰ ਮੇਰੇ ਬਾਪ ਨੂੰ ਤੂੰ ਹਿੱਸਾ ਥੋੜ੍ਹਾ ਇੱਛਾ ਸਾਨੂੰ ਹਿੱਸਾ ਹੋਰ ਵੰਡਾ। ਉਹ ਜੀ ਇਨਕਾਰ ਹੋਇਆ। ਬਾਹਰੋਂ ਮੱਝੀ ਹੁੰਦੀਆਂ 4 ਤੇ ਸ਼ਾਮੀ ਆਈਆਂ। ਉਸ ਆਖਿਆ ਹੋਰ ਹਿੱਸਾ ਮੈਂ ਕੋਈ ਨਹੀਂ ਦੇਣਾ। ਇਸ ਮੱਝੀ ਵਾਸਤੇ ਆਪਦੀ ਹਵੇਲੀ ਨੂੰ ਮਿਰਜ਼ਾ ਪਾ ਲਈਆਂ। ਉਹ ਦਿਨ ਉੱਠਿਆ ਲਾੜ ਸਕਿਆ ਨਾ। ਸ਼ਾਹੀ ਕਿਲੇ ਲਾਹੌਰ ਜਾ ਪੇਸ਼ ਹੋਇਆ ਵੀ ਅਕਬਰ ਬਾਦਸ਼ਾਹ ਦੇ ਵੀ ਮਿਰਜ਼ਾ ਮੈਨੂੰ ਖਪਾ ਦੇ ਮੈਨੂੰ ਵੀ ਮਾਰੂ, ਮੇਰਾ ਮਾਲ ਵੀ ਇਸ ਕਬਜ਼ੇ ਕਰ ਲਿਆ।
ਉਹ ਜੀ ਫੌਜ ਭੇਜੀ ਆ, ਪੁਲਿਸ ਭੇਜੀ ਨੂੰ ਲੈ ਗਈ ਪੁਰਾਣੀ ਦਿੱਲੀ ਦੀ ਜੇਲ੍ਹ 'ਚ 8 ਸਾਲ ਮਿਰਜ਼ੇ ਨੂੰ ਰੱਖਿਆ ਗਿਆ 8 ਸਾਲ ਦੀ ਉਸ ਜੇਲ੍ਹ 'ਚ ਰਿਹਾ। ਜੇਲ੍ਹ 'ਚ। ਅਕਬਰ ਬਾਦਸ਼ਾਹ ਡਰ ਕੀਤਾ, ਜਾਓ ਮਿਰਜ਼ਾ ਖਰਾ ਜੱਟ ਨੂੰ ਲਿਆਓ ਤਾਂ ਅੱਜ ਫਾਹੇ ਲਗਾ ਦਿਓ। ਜਦੋਂ ਦਾ ਪੇਸ਼ ਕੀਤਾ ਗਿਆ ਮਿਰਜ਼ੇ ਆਖਿਆ ਅਕਬਰ ਬਾਦਸ਼ਾਹ ਸਲਾਮਤ, ਮੇਰੀ ਆਖਰੀ ਦਿਲ ਦੀ ਖਹਿਸ਼ ਹੈ ਉਹ ਮੇਰੀ ਪੂਰੀ ਹੋਈ ਜਾਵੇ ਤਾਂ ਫਾਹੇ ਦੇ ਲਾ। ਕੀ ਤੇਰੀ ਖਹਿਸ਼ ਹੋ ਸਕੇ? ਇਹਨਾਂ ਸਿਪਾਹੀਆਂ ਨੂੰ ਆਖ ਮੈਨੂੰ ਦਿੱਲੀ ਦੇ ਬਾਜ਼ਾਰਾਂ ਦੇ ਸੈਲ ਕਰਾਵਣ ਤੇ ਮੁੜ ਫਾਹੇ ਦੇ ਲਾ। ਸਿਪਾਹੀ ਲਈ ਜਾਂਦੇ ਨੇ, ਸਕਾ ਕਰਾ ਲਿਆਓ ਦਿੱਲੀ ਦੇ ਬਾਜ਼ਾਰਾਂ ਦੇ ਸੈਲ। ਸਿਪਾਹੀਆਂ ਨੂੰ ਆਖੋ ਜਨਾਬ ਮੇਰੀ ਹੱਥਕੜੀ ਫੱਟ ਲਓ, ਮੈਨੂੰ ਮਿਰਜ਼ਾ ਆਖਿਆ ਥੋੜ੍ਹਾ ਜਿਹਾ ਖੁੱਲ੍ਹਾ ਫਿਰਨ ਦਿਓ, ਮੈਂ ਕਿਹੜਾ ਬਚ ਜਾਣਾ। ਉਹਨਾਂ ਦੇ ਦਿਲ 'ਚ ਰੱਬ ਰਹਿਮ ਆ ਗਿਆ ਵੀ ਜੱਟ ਨੂੰ ਆਪਾਂ ਨੂੰ ਫਾਹੇ ਦੇ ਦੇਣਾ। ਦਿੱਲੀ ਦੇ ਬਾਜ਼ਾਰ ਨੂੰ ਜਾਂ ਬੜੇ ਖੁੰਡੇ ਤੇ ਡੰਗਾਂ ਵੇਚਣ ਕਾਨ ਰੱਖ ਬੰਦੇ ਹਨ ਦੁਕਾਨਦਾਰ, ਬੰਨਾ ਖੂੰਡ ਚੁੱਕ ਲਏ ਦੁਕਾਨਦਾਰ, ਪੈਸੇ ਮੰਗੇ ਕੋ ਉਹਨੂੰ ਦੋ ਖੜਕਾ ਦਿੱਤੋ। ਜਿਹੜੀ ਉਹਦੀ ਹਮਾਇਤ ਕਰਤੇ ਉੱਥੇ ਲੜਾਈ ਨਹੀਂ ਸ਼ੁਰੂ ਹੋ ਗਿਆ। ਮੁਲਕ ਅੱਗੇ ਤੇ ਮਗਰ ਜਿਹੜਾ ਆਪਣਾ ਸਿੱਖੂ ਸਲੀਮ ਹੈ ਨਾ, ਜਿਹਦੇ ਨਾਂ 'ਤੇ ਸ਼ੇਖੂਪੁਰਾ ਸਿੱਖੂ ਸੱਦਾ ਵੀ ਹੈ, ਸਾਡੇ ਬੰਦੇ ਸੱਦੇ ਨੇ ਸਿੱਖੂ ਸਲੀਮ ਵੀ ਸੱਦੇ, ਜਿਹਦੇ ਨਾਂ 'ਤੇ ਸ਼ੇਖੂਪੁਰਾ ਹੈ। ਇਹ ਆਪਣੇ ਮਹਿਲਾਂ 'ਤੇ ਖੜਾ। ਉਸ ਮਾਂ ਤੋਂ ਪੁੱਛਿਆ ਵੀ ਇਹ ਬੰਦਾ ਕੌਣ ਹੈ ਜਿਹੜਾ ਦਿੱਲੀ ਦਾ ਮੁਲਕ ਕੁੱਟ ਤੇ ਅੱਗੇ ਲਾਈ ਜਾਂਦਾ। ਉਹਦੀ ਮਾਂ ਆਖਿਆ ਦੇਣ ਕੋਈ ਮਿਰਜ਼ਾ ਖਰੋਲੇ ਜੱਟ ਦਾ ਨਾਮ ਆਦਾ, ਤੇਰੇ ਅੱਬੇ ਅੱਜ ਇਹਨੂੰ ਫਾਹੇ ਦੇਣਾ, ਖਰੇ ਨੂੰ ਕਿਵੇਂ ਛੱਡ ਦਿੱਤਾ ਇਹਨੇ। ਸਿੱਖੂ ਸਲੀਮ ਆਖਿਆ ਮੈਂ ਇਜਾਜ਼ਤ ਦੇਵੇਂ ਤੇ ਇਹਨੂੰ ਮੈਂ ਵਿਰਾਹ ਨਾ ਬਣਾ ਲਵਾਂ। ਆਪਣਾ ਮਹਿਲਾਂ ਤੋਂ ਉਤਰਿਆ, ਮਿਰਜ਼ੇ ਨੇ ਆਖੋ ਭਾਈ ਸਾਹਿਬ ਥੋੜ੍ਹਾ ਜਿਹਾ ਮਾਰ ਕੁਟਾਈ ਤੋਂ ਰੁਕੇ ਨਾ। ਉਹ ਰੁਕਿਆ, ਆਪਣਾ ਸਾਫਾ ਮਿਰਜ਼ੇ ਦੇ ਸਿਰ ਤੇ ਮਿਰਜ਼ੇ ਦਾ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਸਿੱਖੂ ਸਲੀਮ ਅਕਬਰ ਬਾਦਸ਼ਾਹ ਦੇ ਪੁੱਤਰ ਵਿੱਚੋਂ ਜੀ ਕਾਲਾ ਜਿਹਾ ਬੰਦਾ ਕੋਈ ਬੰਨਾ ਅਕਬਰ ਬਾਦਸ਼ਾਹ ਕੋਲ ਵੀ ਜਿਹਨੂੰ ਤੂੰ ਫਾਹੇ ਦੇਣਾ, ਦਿੱਲੀ ਦਾ ਮੁਲਕ ਕੁੱਟ ਤੇ ਅੱਗੇ ਲਾਇਆ, ਤੇਰੇ ਪੁੱਤਰ ਚੱਲੇ ਸਿੱਖੂ ਸਲੀਮ ਦੇ ਨਾਲ ਪੱਗ ਵਟਾ ਲਈ ਤੇ ਭਾਈ ਬਣਾ ਲਿਆ। ਅਕਬਰ ਬਾਦਸ਼ਾਹ ਆਖਿਆ ਮੇਰੇ ਪੇਸ਼ ਕਰੋ। ਜਦੋਂ ਪੇਸ਼ ਕੀਤਾ ਗਿਆ 2-4 ਗੱਲਾਂ ਮਿਰਜ਼ੇ ਤੋਂ ਪੁੱਛਿਆ ਅਕਬਰ ਬਾਦਸ਼ਾਹ, ਉਸ ਆਖੇ ਇਹਨੂੰ ਲਗਾ ਦਿਓ ਫਾਹੇ। ਉਸ ਸਿੱਖੂ ਸਲੀਮ ਬੋਲਿਆ ਵੀ ਅੱਬਾ ਇਸ ਤੋਂ ਪਹਿਲੇ ਮੈਨੂੰ ਫਾਹੇ ਦੇ ਤੇ ਮੇਰੇ ਪਿੱਛੇ ਮਿਰਜ਼ੇ ਖਰਾ ਜੱਟ ਨੂੰ ਮੈਂ ਇਹਦੇ ਨਾਲ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਉਸ ਵਜ਼ੀਰਾਂ ਆਖਿਆ ਬਾਦਸ਼ਾਹ ਸਲਾਮਤ ਹੁਣ ਕੀ ਕਰੀਏ? ਅਕਬਰ ਬਾਦਸ਼ਾਹ ਹੁਣ ਮੇਰਾ ਪੁੱਤਰ ਨੂੰ ਨਾਲ ਫਾਹੇ ਦੇਣਾ ਬਣ ਗਿਆ ਹੁਣ ਨਾ, ਮੇਰਾ ਇਹਨੂੰ ਦੁਬਾਰਾ ਮੁੜ ਜੇਲ੍ਹ ਨੂੰ ਭੇਜ ਦਿਓ ਵੀ ਮੇਰਾ ਪੁੱਤਰ ਨਾਲ ਫਾਹੇ ਦੇਣਾ ਨੇ ਮਿਰਜ਼ੇ ਦੇ। ਇਹ ਜੇਲ੍ਹ 'ਚ ਰਿਹਾ 2 ਮਹੀਨੇ। 12 ਬਾਸ ਜਿਵੇਂ ਆਏ ਖੜੇ ਨੇ ਇਸ ਤਰ੍ਹਾਂ ਆਂਦੇ ਨੇ ਹੇਠ ਉੱਤੇ ਕੀਤੇ ਗਏ। 60 ਫੁੱਟ ਚਿਆਈ ਬਣੀ 90 ਜਿਵੇਂ ਟਾਈਮ ਪੀਸ ਦਾ ਉਹਨੂੰ ਕੁੱਪੀ ਸੱਦਿਆਂ ਟੋਸ਼ੀ ਤੋਂ ਰੱਖੇਗੀ। ਇਹ ਰਾਹ ਰਾਮਤ ਨੂੰ ਵੀ ਸੱਦ ਹੋਈ ਜਿਹੜੇ ਬਸਰੀਏ ਨੂੰ ਫਦਾਇਆ ਹਰ ਕੌਮ ਨਹੀਂ ਜ਼ਿਆਦਾ ਸੋਈ ਵੀ ਤੀਰ ਕਮਾਨਾ 12 ਬਾਸਾਂ ਤੋਂ ਕੁੱਪੀ ਡੇਗੋ ਕਿਹੜੀ ਕੌਮ ਹੈ ਕਲੰਬਰ ਆਉਂਦੀ ਨਿਸ਼ਾਨੇ ਨੂੰ। ਇਹ ਰਾਹ ਰਾਮਤ ਦਾ ਬਾਬਾ ਵੀ ਛੁੱਟਦਾ ਰਿਹਾ, ਹਰ ਕੌਮ ਕਿਸੇ ਤੋਂ ਨਾ ਡਿੱਗੀ। ਉਹ ਸੜੀ ਹੋਈ ਦਾ ਰਾਹ ਰਾਮ ਬਾਬਾ ਬੋਲਿਆ ਵੀ ਅਕਬਰ ਬਾਦਸ਼ਾਹ ਸਲਾਮਤ ਅੱਜ ਮੇਰਾ ਬਸਰੀਆ ਮਿਰਜ਼ਾ ਆਂਦਾ ਨਾ ਕੁੱਪੀ ਉਹ ਛੁੱਟਿਆ, ਹੋਰ ਕੋਈ ਨਹੀਂ ਛੁੱਟ ਸਕਦਾ। ਉੱਥੋਂ ਭਲਾ ਵੀ ਜੇਲ੍ਹ 'ਚੋਂ ਲਿਆਂਦਾ ਗਿਆ। ਇਸ ਕੁੱਪੀ ਛੁੱਟੀ ਪੁਰਾਣੀ ਦਿੱਲੀ ਦੇ ਦਰਵਾਜ਼ੇ ਤੋਂ ਉਸ ਦੌਰ ਲਿਖਿਆ ਗਿਆ ਵੀ ਮਿਰਜ਼ਾ ਖਰੋਜ ਜੱਟ ਇੱਕ ਨੰਬਰ ਆਇਆ ਹੈ ਨਿਸ਼ਾਨੇ ਲੂ। ਜਿਹੜਾ ਸਿੱਖ ਸਰਦਾਰ ਇਹਨੂੰ ਜ਼ਿਆਦਾ ਮੰਨਦੇ ਹਨ ਜਾਂ ਆਏ ਤੋਂ ਪਿੱਛੋਂ ਨਾ ਮਿਰਜ਼ਾ ਜੱਟ ਇੱਕ ਦੋ ਦੀਆਂ ਫਿਲਮਾਂ ਬਣਾਈਆਂ। ਅਕਬਰ ਬਾਦਸ਼ਾਹ ਨੌਕਰਾਂ ਨੂੰ ਆਖਿਆ ਜਾਓ ਉਸ ਵੇਲੇ ਚੰਗਾ ਕੋ ਘੋੜਾ ਇਨਾਮ ਕਰੋ। ਜਾਂਦਾ ਪਿਆ ਅੱਗੋਂ ਹਜ਼ਰਤ ਨੌਸ਼ਾ ਪਾਕ ਖੜੇ ਜਿੰਦੀ ਦੁਆ ਦਾ ਉਸ ਦੁਆ ਨਾਲ ਪੈਦਾ ਹੋਇਆ ਸੀ। ਪੈਦਾ ਉਸ ਆਖਿਆ ਬੱਚੂ ਨੂੰ ਆਖੋ ਜਿਹੜੀ ਸਵੇਲੇ ਲਿੱਸੋ ਜੀ ਮਾੜੋ ਜੀ ਗੋੜੀ ਖੜੀ ਨਹੀਂ ਜਿਹਨੂੰ ਬੱਕੀ ਸੱਦਾ ਗੜਿਆਂ ਨੂੰ ਨਹੀਂ ਸਮਝ। ਇਹ ਬੱਕੀ 360 ਤੀਰ ਕਮਾਂਡ ਅਕਬਰ ਬਾਦਸ਼ਾਹ ਦਿੱਤਾ ਤੇ ਉੱਥੋਂ ਦਿੱਲੀ 'ਚ ਰਿਹਾਅ ਕਰ ਦਿੱਤਾ। ਤਲਵੰਡੀਆਂ ਪਿੰਡ ਆਪਣਾ ਤਲਵੰਡੀ ਨਨਕਾਣਾ ਸਾਹਿਬ ਦੇ ਬੁੱਚੇ ਕਹਿੰਦੇ ਵਿਚਲੇ ਸੰਨੇ ਮੋਟਰਵੇ ਨਾਲ ਜਿਸ ਉੱਥੋਂ ਲੱਗਣ ਲੱਗਾ ਜਿਹੜਾ ਦੁੱਲਾ ਭੱਟੀ ਫਰੀਦ ਦਾ ਪੁੱਤਰ ਹੋਇਆ ਨਾ ਪਿੰਡੀ ਭੱਟੀਆਂ 'ਚ ਉਹ ਬੜਾ ਸੁਰਮਾ ਮੁਗਲਾਂ ਨਾਲ ਬੜੀ ਬੰਦੀ ਵੀ ਲੜਾਈ ਰਹੀ। ਉਹਨੂੰ ਵੀ ਆ ਗੋੜੀ ਵਾਲਾ ਆ ਰਿਹਾ ਤੇ ਮੈਂ ਗੋੜੀ ਖੋਹ ਲਵਾਂ। ਮਿਰਜ਼ਾ ਸਾਮਾ ਲਗਾ ਜੋ ਨੇੜੇ ਆਇਆ ਤਾਂ ਉਦੋਂ ਤੀਰ ਸਿੱਧੇ ਖਿੱਚੋ ਨਜ਼ਰ ਨੌਸ਼ਾ ਪਾਕ ਲੱਥੇ ਗੋੜੀ ਤੋਂ ਉਸ ਦੋਵਾਂ ਦੇ ਫਾਦਲ ਹੈ। ਉਸ ਆਖਿਆ ਮਿਰਜ਼ਾ ਤੂੰ ਵੀ ਮੇਰਾ ਮੁਰੀਦ ਹੈ ਤੇ ਦੁੱਲਾ ਭੱਟੀ ਵੀ ਨਾ ਹੁੰਦਾ ਐਵੇਂ ਤੀਰ ਜਾਣਾ ਨਾ ਤੇਰਾ ਜਾ। ਉਹ ਜਿਨ੍ਹਾਂ ਦੀ ਸੁਲ੍ਹਾਂ ਕੀਤੀ ਕਾਰ ਤੋਂ ਉਸ ਆਖਿਆ ਮਿਰਜ਼ਾ ਆਖਣ ਤੇ ਤੈਨੂੰ ਦੁੱਲੇ ਭੱਟੀ ਦੀ ਭੈਣ ਦਾ ਰਿਸ਼ਤਾ ਵੀ ਲੈ ਦੇਣਾ। ਮਿਰਜ਼ਾ ਆਖਿਆ ਜੀ ਮੈਂ ਸ਼ਾਦੀ ਨਹੀਂ ਕਰਾਉਣੀ। ਉਸ ਆਖਿਆ ਤੂੰ ਨਹੀਂ ਨਾ ਕਰਾਉਣੀ, ਤੇਰੀ ਭੈਣ 36 ਮੈਂ ਦੇਣੀ ਹੈ ਦੁੱਲੇ ਭੱਟੀ ਨੂੰ। ਫਿਰ ਉੱਥੇ ਉਹਦੇ ਨਾਲ ਦੇ ਤੇ ਬਣਾਏ ਵੀ ਫਲਾਣੀ ਤਰੀਕ ਨੂੰ ਪਿੰਡੀ ਭੱਟੀਆਂ ਦੀ ਚੁਬਰਾ ਲੈ ਤੇ ਦਾਨਾਬਾਦ ਆ ਜਾਵੀਂ। ਮਿਰਜ਼ਾ ਘਰ ਆ ਗਿਆ ਤੇ ਨਾਨਕੇ ਮਾਣੀਆਂ ਸਿਆਲਾਂ ਝਲੜਾਂ ਨੂੰ ਜ਼ਿਲ੍ਹੇ ਜਾਂਗੇ ਸਭਾਂ ਦੀਆਂ ਗੱਡੀ ਪਾ ਤੇ ਦੇ ਝੋਨੇ ਇੱਕ ਰਮੂ ਬੰਮਣ ਹੋਇਆ ਬੰਦੇ ਸਭਾਂ ਖਤ ਲਿਖਾ ਤੇ ਦਾਨਾਬਾਦ ਭੇਜਿਆ ਵੀ ਆ ਮਿਰਜ਼ਾ ਖਰਾਲ ਨੂੰ ਖਤ ਪੁੱਛਾਵੀਂ ਮੇਰੀ ਬਰਾਤ ਆ ਜਾਣੀ, ਮੇਰਾ ਬਸ ਕੋਈ ਨਹੀਂ ਚੱਲਣਾ। ਇੱਥੋਂ ਚੜ੍ਹ ਬੈਠਾ ਆਪਦੀ ਗੋੜੀ ਤੇ ਜਿਹੜੇ ਤੇ ਬਰਾਤ ਆਉਣੀ ਆਈ। ਜਿਹੜੀ ਇਹਦੀ ਭੈਣ 36 ਆਈ ਗੋੜੀ ਦੀ ਬਾਗ ਫੜ ਲਈ ਮੇਰਾ ਭਾਈ ਮੈਂ ਤੈਨੂੰ ਨਹੀਂ ਜਾਣ ਦਿੰਦੀ। ਉਹ ਛੱਡੇ ਨਾ ਇਸ ਸ਼ੀਸ਼ੀ ਦੇ ਛੱਲਾ ਲਾਇਆ 2 ਕਦਮ ਗੋੜੀ ਤੋਂ ਦੂਰ ਜਾਣ ਤੇ ਸੱਟਿਆ ਚਾ ਮੇਰੀ ਭੈਣ ਬਾਗਲ ਨੂੰ ਹੱਥ ਛੱਡ ਦਿਆ ਛੱਲਾ ਫਦਾ ਛੱਲਾ ਚੁੱਕਣ ਲੱਗੀ ਤੇ ਮਿਰਜ਼ਾ ਗੋੜੀ ਦੁੜਾ ਗਿਆ। ਉਹ ਆਲਮ ਲੋਹਾਰਾਂ ਦਾ ਮਿਰਜ਼ਾ ਇੰਝ ਨਹੀਂ ਕਰਦੇ ਭੈਣਾਂ ਨਾਲ ਵੀ ਰਾਹ ਭੈਣ ਨਾਲ ਦਾ ਲਾ ਤੇ ਗੋੜੀ ਦੁੜਾ ਜੇ ਖੀਵੇ ਤੋਰਾਂ ਗਿਆ ਨਾ ਕੋਈ 4-5 ਮੀਲ ਪਾ ਰਹਿੰਦਾ ਨਾਈ ਦੇ ਸਿਰ ਤੇ ਪਰਾਤ ਜਾਂ ਟੋਕਰੇ ਦੇ ਗਰੀ ਸੌਗੀ ਬਦਾਮ ਜਿਹਨੂੰ ਅਸੀਂ ਆ ਪਿੰਡੂ ਸੱਦਣਿਆ ਬਰਾਬ ਸੂਈ ਤੁਸੀਂ ਸ਼ਹਿਰੀ ਸੱਦੋ ਬੇਤ ਤੇ ਭਰੀ ਜਦੋਂ ਬਰਾਤ ਜਾਵੇ ਨਾ ਨਾਈ ਦੇ ਸਿਰ ਤੇ ਆਪਾਂ ਨੇ ਦੇ ਚਾ ਰੋਟੀ ਉਹ ਲਈ ਜਾਵੇ। ਉਸ ਤੋਂ ਪੁੱਛੋ ਕੌਣ ਹੈ? ਉਸ ਆਖਿਆ ਮੈਂ ਝੱਲੜਾਂ ਦਾ ਨਾਈ ਹਾਂ। ਕਿ ਪਿੱਛੇ 2 ਮੀਲਾਂ ਤੇ ਝੱਲੜਾਂ ਦੀ ਬਰਾਤ ਆ ਰਹੀ ਤੇ ਖਾਨ ਖੀਵੇ ਲੈ ਟੁਕਣਾ ਇਹ ਜਿਗੜੀ ਤਾਂ ਖੁਲਾਈ ਕੋਈ ਗਰੀ ਸੌਗੀ ਖਾਧੀ ਕੋਈ ਗੋੜੀ ਦੇ ਅੱਗੇ ਦੂਈ ਕਾਵੇੜ ਤੂੰ ਖਿਲਾਰ ਸੱਟੀ
ਨਾਈ ਨੂੰ ਆਖੋ ਮੰਜੀ ਤੇ ਗੋਹੇ ਚੁਗ ਲਿਆ, ਮੰਜੀ ਤੇ ਗੋਹੇ ਚੁਗ ਲਿਆ, ਟੋਕਰੀ ਜੀ ਗਰੀ ਸੌ ਥਾਂ ਤੇ ਗੋਹਿਆਂ ਦੀ ਬਰਤਨ ਦੇ ਸਿਰ ਤੇ ਰੱਖੋ। ਨਾਈ ਸ਼ਦਾ ਟੁਰ ਗਿਆ ਵੀ ਜੱਟ ਮਾਰੇ ਨਾ। ਵਤਣ ਪਿੱਛੂ ਝੱਲਣਾ ਦੀ ਬਰਾਤ ਮਿਲ ਪਈ ਉਹਨਾਂ ਦੀਆਂ ਘੋੜੀਆਂ ਘੋੜੇ ਬੰਨ ਪਵਨੇ ਤੇ ਬੜੇ ਬੂਤੇ ਹੋ ਚਦਰਾੜ ਪੱਗਾਂ ਡੋਲ ਡੋਲ ਜਿਹੜੀਆਂ ਬੱਧੀਆਂ ਹੋਈਆਂ। ਇਹਦੀ ਵੇਖਣ ਵਾਲੀ ਮਾੜੋ ਜੀ ਆਈ ਤਾਂ ਜਿਵੇਂ ਵੱਡੇ ਜੀ ਦੱਸਿਆ ਨੇ ਮੈਂ ਤੁਹਾਨੂੰ ਉਹ ਗੱਲ ਕਰ ਰਿਹਾ ਆਪਾਂ ਨਾਲ ਤੇ ਨਹੀਂ ਨਾ ਬਿਲਕੁਲ ਜਿਵੇਂ ਤੇਰੇ ਪੜਦਾਦੇ ਕੰਮ ਕੀਤਾ, ਤੇਰੇ ਦਾਦੇ ਨੂੰ ਦੱਸਿਆ, ਦਾਦੇ ਜੋ ਵੱਡਿਆਂ ਨੇ ਦੱਸੀਆਂ ਉਹੀ ਗੱਲਾਂ ਅਰਜ਼ ਕਰ ਰਹੇ ਨਾ ਤੁਸੀਂ। ਜੀ ਆਪਣਾ ਉਹਦੇ ਜੀ ਉਹ ਪਿੱਛੋਂ ਆ ਗਏ ਉਹਨਾਂ ਕਿ ਯਾਰ ਮਣੇ ਖਰ ਮਾੜੂ ਜੀ ਗੁੜੀ ਵਾਲਿਆ ਤੂੰ ਕਿਤੇ ਅੱਗਾ ਗੱਟਾ ਡੁੰਮਦਾ ਜਾਣਾ, ਉਹਨਾਂ ਨੂੰ ਪਤਾ ਕੋਈ ਨਾ ਵੀ ਇਹ ਮਿਰਜ਼ਾ ਖਰੋਲੇ। ਮਿਰਜ਼ਾ ਆਖਿਆ ਮੇਰੇ ਨਾਲ ਜੋੜ ਨਾ ਕਰੋ, ਤੁਸਾਂ ਮੈਂ ਖੀਵੇ ਜਾਣਾ ਤੇ ਜ਼ਿਲ੍ਹੇ ਜੰਗ ਤੇ ਮਾਵੀਆਂ ਪਰਲੇ ਚਲੀਏ ਵਰਨਾ ਚਾਗੋ ਤੋਂ ਆਖਿਆ ਮੁੜੇ ਨਹੀਂ ਕਾਰੋ ਇੱਕ ਗੋੜੀ ਤੇਰੀ ਸਾਡੀ ਪੰਜ ਗੋੜੀਆਂ ਦੀ ਦੌੜ ਖਰਾਬੀ ਹੈ ਪਿੱਪਲ ਜਾਂ ਬੋੜ ਖੀਵੇ ਨਾ ਖੜਾ ਬਿਟਾਣੀਆਂ ਪਾਪਾ ਲਿਆ ਮੈਂ ਤੂੰ ਫੜੇ ਤੂੰ ਸਾਡੇ ਸਿਰ ਲਾ ਲੈਣੇ ਜਿੰਨੀ ਬਰਾਤ ਜਾ ਰਹੀ ਆ ਅਸੀਂ ਲਿਆ ਵੀ ਅਸਾਂ ਤੇਰਾ ਲਾਲ ਦੌੜ ਲਵਨੇ ਬੰਨੀ ਜਾਂਦੀ ਗੋੜੀ ਨੂੰ ਨਾ ਜਿਵੇਂ ਟੰਗੇ ਵਾਲਿਆਂ ਕੋਲ ਛੱਟ ਆਉਂਦਾ ਹੀ ਉਹ ਜੋ ਛੱਟਾ ਜੋ ਮਾਰੋ ਉਸ ਕਰਨੀ ਤੇ ਗੋੜੀ ਅਗਲੀਆਂ ਗੋਡੀਆਂ ਦੇ ਤੇ ਭਾਏਗੀ ਮਿਰਜ਼ੇ ਦੀ ਆ ਦੇਣ ਅੱਲਾ ਪਾਕ ਉਹਨੂੰ ਜ਼ਬਾਨ ਦਿੱਤੀ ਮਿਰਜ਼ਾ ਮੈਂ ਉੱਡਾਂ ਨਾਲ ਹੀ ਆਈ ਮੈਂ ਚਾਬਕ ਜਲਦਾ ਨਾਲ ਹੀ ਨੇ ਮੈਨੂੰ ਟੁਰਦੇ ਨੂੰ ਚਾਬਕ ਮਾਰੇ ਮੇਰੀ ਯਾਦ ਨੂੰ ਲਾਈ ਲੀਕ ਮੈਂ ਤੈਨੂੰ ਮਰਾ ਗਾਣਾ ਮੈਂ ਨਹੀਂ ਉੱਠ ਆ ਦੇਣ ਗੋੜੀ ਤੂਸਰਿਆ ਸਾਫ ਹਾਲਾਤ ਪੈਰਾਂ ਸੱਟੇ ਅੱਲਾ ਵਾਸਤੇ ਗਲਤੀ ਦੀ ਮੈਨੂੰ ਮਾਫੀ ਮਿਲੀ ਜਾਵੇ ਜਿਹੜਾ ਤੈਨੂੰ ਬੰਨੀ ਜਾਂਦੀ ਨੂੰ ਮੈਂ ਚਾਬਕ ਮਾਰ ਬੈਠੀ ਉੱਥੋਂ ਜੀ ਉੱਠਿਓ ਤਾਂ ਆਂਦੇ ਹਵਾ ਨਾ ਉੱਡਦੀ ਹੈ ਜੀ ਹੁਣ ਆਈਦਿਆਂ ਕਿ ਨਾਨ ਵਾਖੇ ਤੋਂ ਨਾਖਣਾ ਤੂੰ ਕਿਹੜਾ ਨਾਲ ਆ ਬਿਲਕੁਲ ਅੱਜ ਦਾ ਜ਼ਿਹਨ ਹੋਰ ਹੈ ਨਾ ਅੱਜ ਦੇ ਲੋਕਾਂ ਨੇ ਇਹ ਕਹਿਣਾ ਨਾ ਕਿ ਬਾਬਾ ਦੀ ਕਲੋਂ ਹੀ ਗੱਲਾਂ ਸੁਣਾ ਰਿਹਾ ਸਾਰੀਆਂ ਕਿਉਂਕਿ ਅੱਜ ਕੱਲ੍ਹ ਹਰ ਦੌਰ ਆ ਨੈਟ ਦਾ ਦੌਰ ਹਰ ਬੰਦਾ ਕਹਿੰਦਾ ਕਿ ਪਤਾ ਨਹੀਂ ਕਲੋਂ ਗੱਲਾਂ ਸੁਣਾ ਰਿਹਾ ਖਰੇ ਪੈਸੇ ਕਮਾਉਣ ਦੀ ਖਾਤਰ ਕਮਾ ਰਹੇ ਜੀ ਪੈਸਾ ਆਪਾਂ ਜਿਹੜੇ ਵੀ ਆਏ ਨਾ ਪੈਸਾ ਆਪਣੀ ਵਾਸਤੇ ਮੰਗਣਾ ਜਾਂ ਕਰਨਾ ਹੁਣ ਤੁਸੀਂ ਆਏ ਹੋ ਤੁਹਾਡਾ ਦਿਲ ਕਰੇ ਗੱਲੇ ਦਾ ਪਾਓ ਨਾ ਕਰੋ ਤਾਂ ਨਾ ਪਾਓ ਆਪਾਂ ਨਹੀਂ ਆਖਣਾ ਉਹਦੇ ਜੀ ਆ ਤੇ ਦੌੜ ਲਵੇ ਨੇ ਸਭ ਤੋਂ ਪਹਿਲੇ ਉਹ ਨਿਸ਼ਾਨੀ ਲਿਆ ਦਾ ਜਿੰਨੀ ਬਰਾਤ ਜਾ ਰਹੀ ਹੈ ਉਹਨਾਂ ਨੂੰ ਆਖੋ ਸਿਰ ਕਲਮ ਤੁਹਾਡੇ ਨਹੀਂ ਕਰਨੇ ਜਿਹੜੇ ਤੁਰੇ ਕੱਢਿਓ ਤੇ ਪੱਗਾਂ ਬੱਧੀਆਂ ਸਾਰੀਆਂ ਲਾ ਤੇ ਪੰਡ ਬੰਨ ਲਿਓ ਬੀਬੋ ਮੱਸੀ ਰਹਿੰਦੀ ਨਸੀਬੋ ਦਾ ਇਹ ਪੋਤਰਾ ਤੇ ਬੀਬੋ ਮੱਸੀ ਇਹਦੀ ਖੀਵੇ ਰਹਿੰਦੀ ਹੈ ਮਾਸੀ ਸੀ ਇਹਦੀ ਹਾਂ ਮੱਸੀ ਦੇ ਘਰ ਚਲਿਆ ਗਿਆ ਪੰਡ ਬੰਨ ਤੇ ਖਾਨ ਖੀਵੇ ਲ ਬਰਾਤ ਚਲੀ ਗਈ ਸਰ ਮੈਂ ਬਾਪ ਪੁੱਛਿਆ ਬਰਾਤੀ ਉਹ ਸਿਰੋਂ ਨੰਗੇ ਸਰ ਪੱਗਾਂ ਦਾ ਜੀ ਸ਼ਾਨ ਹੁੰਦਾ ਉਸ ਵੇਲੇ ਆਖਿਆ ਸਾਡਾ ਰਿਵਾਜ ਛੱਡਣਾ ਆਖਿਆ ਵੀ ਜਿਹਦੇ ਸਾਡੀ ਬਰਾਤ ਜਾਵੇ ਨਾ ਅਸੀਂ ਸਿਰੋਂ ਨੰਗੇ ਹੀ ਜਾਂਦੇ ਹਾਂ ਪਿਛਲੀ ਗੱਲ ਕਰਨੇ ਖੁਦ ਨੇ ਸ਼ਰਤ ਲਾਈ ਪਿੱਛੇ ਪੱਗਾਂ ਦਿੱਤੀ ਖੈਰ ਬੀਬੋ ਮਾਸੀ ਨੂੰ ਆਖੋ ਮੈਨੂੰ ਸਾਹਿਬਾਂ ਸਾਧ ਲਿਆ ਦਿਓ ਗਈ ਉਸ ਖਾਨ ਖੀਵੇ ਨੂੰ ਆਖਿਆ ਮੇਰੀ ਮੱਝ ਨੂੰ ਸੂਲ ਹੈ ਕਦੀ ਜ਼ਮੀਨ ਤੇ ਬਣਦੀ ਕਦੀ ਉੱਠਦੀ ਹੈ ਮੈਨੂੰ ਵਾਢੀਆਂ ਗਵਾਡੀਆਂ ਨੇ ਕੁੜੀਆਂ ਆਖਿਆ ਵੀ ਜਿਹੜੀ ਕੁੜੀ ਕਰਨੀ ਇੱਥੀ ਹੋਵੇ ਨਾ ਉਹ ਚੁੱਲ੍ਹੇ ਦੀ ਸਵਾਲੇ ਤੇ ਛਾਣੀ 'ਚ ਪਾ ਤੇ ਕੰਡ ਤੇ ਦੁਲੇ ਮਾਈ ਦਾ ਸੂਲ ਵੱਲ ਹੋ ਜਾਂਦਾ ਖਾਨ ਖੀਵੇ ਆਖਿਆ ਮੁੜ ਤੇਰੀ ਆ ਬਸਰੀ ਬੈਠੀ ਇਹਨੂੰ ਲੈ ਜਾ ਉਹ ਜੀ ਲੈ ਗਈ ਮਿਰਜ਼ਾ ਤੋਂ ਗੈਠਾ ਡੇਟ ਬੈਠੇ ਮਿਰਜ਼ੇ ਸਾਹਿਬਾਂ ਨੂੰ ਆਖਿਆ ਵੀ ਤੂੰ ਘਰ ਚਲੇ ਜਾ ਮੈਂ ਤੈਨੂੰ ਘਰੋਂ ਜਾ ਕੇ ਲੈਣਾ ਜੋ ਇੱਥੋਂ ਲੈ ਜਾਵਾਂ ਮੇਰੀ ਮਾਸੀ ਦੇ ਪਿੰਡ ਦੀ ਸਿੱਧੇ ਬੰਦੇ ਬਾਹਰ ਵਗਾ ਦੇਣੇ ਉਹ ਘਰ ਚਲੀ ਗਈ ਬੇਲੀ ਲੁਆਰ ਉਸ ਰਾਤੀ ਉਹਨੂੰ ਜਾ ਉਠਾਵੇ ਵੀ ਸਰੀਆ ਠੋਕ ਤੇ ਨਾ ਫੁੱਟ ਦੋ ਦੀਆਂ ਮੈਨੂੰ ਕਿਲੀਆਂ ਬਣਾ ਦੇ ਤੇ ਅੱਗੋਂ ਝੂਮਣਾ ਕੱਢ ਦੇ ਲੁਆਰ ਆਖਿਆ ਮਿਰਜ਼ਾ ਰਾਤ ਹੈ ਦਿਨ ਹੋਇਆ ਤਾਂ ਬਣਾ ਦੇਵਾਂਗਾ ਉਸ ਦੀ ਘਰ ਦੀ ਉੱਠੀ ਵੀ ਕੌਣ ਹੈ ਲੁਆਰ ਆਖਿਆ ਇਹ ਨਿੱਕਾ ਹੁੰਦਾ ਮੇਰਾ ਭਾਈ ਬਣਿਆ ਆਇਆ ਮਿਰਜ਼ਾ ਖਰੋਲਦਾਨਾ ਵਾਦਾ ਸੋਹਣਾ ਦਾ ਦੁਕਾਨ ਕਰੋ ਕਰ ਕਿਲੀਆਂ ਬਣਾ ਦੇ ਉਹਦੀ ਘਰ ਦੀ ਆਖਿਆ ਵੀ ਉਹਦੋਂ ਵਿਰਾਹ ਕਰਨਾ ਉੱਠ ਨੂੰ ਬਣਾ ਦੇ ਕੋਲ ਖੜੋ ਤੇ ਉਸ ਕਿਲੀਆਂ ਬਣਵਾਈਆਂ ਥੌੜੀ ਦਿੱਤੀ ਜਿਹੜੇ ਕਮਰੇ ਤੇ ਘਰ ਸੁੱਤੀ ਪਈ ਆਈ ਪਿਛੋੜਿਆਂ ਦੀਵਾਰ ਕਿਲੀਆਂ ਠੁਕੰਦਾ ਗਿਆ ਕਿਲੀਆਂ ਦੀ ਪੌੜੀ ਬਣਾ ਲਓ ਇਸ ਸਾਹਿਬਾਂ ਨੂੰ ਆਵਾਜ਼ ਮਾਰੇ ਉਸ ਘੋੜੀ ਨਿਗੇ ਮਾਰੀ ਉਸ ਕੋ ਮਿਰਜ਼ਾ ਮੇਰੇ ਪੱਕੇ ਬਨ ਪਵੰਨੇ ਘੋੜੇ ਇਹ ਤਾਂ ਕੋਈ ਬਾਹਰ ਚੜਦੀ ਤੋਂ ਥੱਲਿਓਂ ਫਸ ਲਿਆਂਦੀ ਜਵਾਬ ਦਾ ਘਰ ਨਹੀਂ ਆਈ ਚੰਗੀ ਤਾਂ ਕੋਈ ਮੰਗ ਲਿਆਉਂਦੇ ਹੋਰ ਮਿਰਜ਼ਾ ਆਖਿਆ ਚੜ੍ਹਨਾ ਹੀ ਤੇ ਘੋੜੀ ਕਮਜ਼ੋਰ ਸੀ ਨਾ ਕਿ ਸ਼ਾਇਦ ਮੰਜ਼ਿਲ ਤੇ ਨਾ ਪਹੁੰਚਾਵੇ ਆਪਾਂ ਨੂੰ ਜੀ ਉਸ ਆਖਿਆ ਚੜ੍ਹਨਾ ਹੀ ਤੇ ਚਾੜਿਆ ਆਪਣੇ ਸ਼ੌਂਕ ਨੂੰ ਮੇਰੀ ਬੱਕੀ ਨੇ ਦਿਨ ਜਾ ਵੀ ਮੇਰੀ ਘੋੜੀ ਨਾ ਨਿੰਦੀ ਦਿੱਲੀ ਤੇ ਮਗਰ ਬਾ ਜਾ ਦਿੱਲੀ ਖੈਰ ਮਗਰ ਬਾ ਗਈ ਉਸ ਆਂਦੇ ਮੂੰਹ ਤੇ ਚਾਦਰ ਸਾਲਦੀ ਉਹਦੇ ਕੰਜਰੀਆਂ ਲੱਗੀਆਂ ਹੋਈਆਂ ਖਾਨ ਸ਼ਮੀਰ ਸਾਹਿਬਾਂ ਦਾ ਭਾਈ ਬਰਾਤ ਸਾਰੀ ਅਖਾੜੇ ਸਾਹਿਬਾਂ ਨੂੰ ਆਖਿਆ ਮੁੜ ਆਉਣਾ ਕਿ ਨਹੀਂ ਆਉਣਾ ਆਪਾਂ ਅਖਾੜਾ ਹੀ ਵੇਖ ਚਲੇ ਜਾਂ ਤਾਂ ਕੰਜਰੀ ਨੂੰ ਪੈਸੇ ਦੇਣ ਲੱਗ ਪਿਆ ਉੱਥੇ ਹੁੰਦੇ ਵਿਰਾਹ ਬੈਠੇ ਉੱਥੇ ਬਰਾਤ ਬੈਠੀ ਕੰਜਰੀ ਨੂੰ ਮਾਲੂਮ ਹੋਇਆ ਜਿਹੜਾ ਘੋੜੀ ਵਾਲਾ ਸਵਾਰ ਹੈ ਨੇ ਮਗਰ ਕੀ ਔਰਤ ਇੱਕ ਸਵੈਲ ਵਾਲਾ ਬੰਦਾ ਉਸ ਮੁੜ ਗਾਉਣੇ ਸਮਝਾਇਆ ਵੀ ਵੇਲਾ ਪੈਛਿਆ ਘੋੜੀ ਵਾਲਾ ਤੂੰ ਉੱਡ ਜਾ ਤੂੰ ਆਪਣੀ ਜਾਨ ਬਚਾ ਉਹਨੇ ਗਾਉਣ ਦੇ ਵਿੱਚ ਸਮਝਾਤਾ ਇਹਨੂੰ ਸਮਝਾ ਦਿੱਤਾ ਵੀ ਤੂੰ ਆਪਣੀ ਜਾਨ ਬਚਾਵੇ ਇੱਥੇ ਨਹੀਂ ਖੇਡ ਉੱਥੋਂ ਜੀ ਨਿਕਲਿਆ ਅੱਗੋਂ ਫਿਰੋਜ਼ਾ ਡੋਗਰ ਮੱਝੀ ਲਈ ਬੰਦਾ ਸਾਹਿਬਾਂ ਦੀਆਂ ਪੇਕੀਆਂ ਤੇ ਆਪ ਦੀਆਂ ਰਾਤ ਨੂੰ ਜੰਗਲ ਬਾਹਰ ਚਰਮਦਾ ਬੰਦਾ ਉਸ ਪੁੱਛਿਆ ਕੌਣ ਹੈ ਕਿ ਮਿਰਜ਼ਾ ਕਿਤੇ ਗਿਆ ਮਿਰਜ਼ਾ ਆਖਿਆ ਮੈਂ ਗਿਆ ਨਾਨਕਿਆਂ ਤੇ ਹੁਣ ਦਾਣਾ ਮਾਰ ਜਾ ਰਿਹਾ ਉਸ ਆਖਿਆ ਮਗਰ ਕੌਣ ਹੈ ਮਿਰਜ਼ਾ ਆਖਿਆ ਮੇਰਾ ਮਗਰ ਮੇਰਾ ਸੀਆਂ ਦਾ ਬਾਲ ਫਿਰੋਜ਼ੇ ਡੋਗਰ ਆਖਿਆ ਇਸ ਤੂੰ ਕੀ ਕਰਾਉਣਾ ਉਸ ਆਖਿਆ ਜੀ ਸਜੱਟ ਬਾਜਾਂ ਕੋ ਗਾਉਣਾ ਛੋਣਾ ਸੁਣ ਲੈਣਾ ਫਿਰੋਜ਼ੇ ਡੋਗਰ ਆਖਿਆ ਇਹਨੂੰ ਆਖ ਮੈਨੂੰ ਵੀ ਕੋਈ ਬੋਲ ਸੁਣਾਈ ਜਾਵੇ ਉਸ ਆਖਿਆ ਅਖਾੜੇ 'ਚ ਗਮਦਾ ਰਹਿੰਦਾ ਸੱਗ ਬਹਿ ਗਿਆ ਬੋਲ ਨਹੀਂ ਸਕਦਾ ਫਿਰੋਜ਼ੇ ਡੋਗਰ ਆਖਿਆ ਤੂੰ ਰਹਿ ਜਾਣਾ ਸਾਹਿਬਾਂ ਮੇਰੇ ਨਾਲ ਲੜ ਤੇ ਜਾਣੀ ਤੈਨੂੰ ਮੈਂ ਜਾਣ ਨਹੀਂ ਦੇਣਾ ਉਹ ਵੀ ਕੋਈ ਬੜਾ ਜਵਾਨ ਆ ਜੋ ਉਸ ਖੂੰਡ ਵਗਾਇਆ ਉਹਦਾ ਵਾਰ ਸੜੁੱਕ ਗਿਆ ਸੀਰ ਮਾਰਿਆ ਉਹਦਾ ਫੱਟ ਵੱਜ ਗਿਆ ਫਿਰੋਜ਼ੇ ਡੋਗਰ ਆਖਿਆ ਮਿਰਜ਼ਾ ਰਾਤ ਦਾ ਸੰਭਰਾ ਹੈ ਮੇਰਾ ਸਾਫਾ ਲੈ ਤੇ ਪੱਟ ਬੰਨ ਤੇ ਸੱਬਾ ਬਾਰ ਤੇ ਕਿਸੇ ਸੱਡੇ ਹੀ ਮਾਈ ਤੇ ਬਾ ਮੈਂ ਪਿਛਾਂ ਪਿੰਡ ਪਹੁੰਚ ਜਾ
ਅੱਜ ਦੇ ਹੁੰਦੇ ਤਾਂ ਨਦੂਆ ਵੀ ਬੰਨ ਸੱਟਣਾ। ਬਿਲਕੁਲ ਇਦਾਂ ਹੀ। ਉਸ ਭਾਇਆ ਚਾਹ ਜਿੱਥੇ ਖੜਾ ਹੁੰਦਾ ਪਿਆ ਉੱਥੇ ਫਿਰੋਜ਼ੇ ਡੋਗਰ ਜਮਾ ਥੱਲੇ ਵੀ ਤੁਸੀਂ ਕੰਜਰੀਆਂ ਸੁਣਦੇ ਰਹੋ ਤੇ ਮਿਰਜ਼ਾ ਖਰੋਲ ਮੇਰਾ ਪਾਰਟੀ ਬਣ ਗਏ ਨੇ ਤੇ ਸਹਿਬਨ ਲੈ ਤੇ ਦਾਨਾਬਾਦ ਉੱਥੋਂ ਮਗਰ ਬਾਹਰ ਲੱਗੀ ਹੈ ਫੈਸਲਾ ਤੂੰ ਤਾਂ 27 28 ਬੂਟੇ ਸਾਣੀ ਜਾਲ ਜਿਹੜਾ ਆਂਦੇ ਨੇ ਬੂਟੇ ਸਾਣੀ ਜਾਲ ਕੋਲ ਮਿਰਜ਼ੇ ਦਾ ਦਰਬਾਰ ਹੈ ਵੀ ਉੱਥੇ ਸ਼ਹੀਦ ਹੋਇਆ ਉੱਥੇ ਨਹੀਂ ਹੋਇਆ। ਜਿਹੜੀ ਬੂਟੇ ਸਾਣੀ ਜਾਲ ਤੋਂ ਅਗਾਂ 27 28 ਇਹਨਾਂ ਦੇ ਨਾਲ ਕਾਨੀਆਂ ਰਕਬਾ ਹੈ। ਹੁਣ 10 ਮਰਲੇ ਜਗ੍ਹਾ ਰਹਿ ਗਈ ਦੂਈ ਲੋਕਾਂ ਲਾਮ ਤੋਂ ਛਾਂਗ ਲਈ ਅੱਗੇ 2 ਕਨਾਲੀ ਆਈ। ਕੋਈ ਪੀਰ ਫਕੀਰ ਅੱਲਾ ਦਾ ਨੇਕ ਬੰਦਾ ਬੈਠਾ ਜਦੋਂ ਦਾਦਾ ਮਿਰਜ਼ਾ ਜਾਂਦਾ ਹੈ ਨਾ ਉਸ ਤੋਂ ਵੀ ਦੁਆ ਕਰਾਉਂਦਾ ਹੈ 10 ਮਿੰਟ ਬਣਦਾ ਹੈ ਆਉਂਦੀ ਵਾਰੀ ਵੀ 10 ਮਿੰਟ ਬੈਠਾ ਹੈ। ਆ ਮੇਰਾ ਬਾਪ ਮੇਰੇ ਬਾਪ ਦੇ ਆਣੀ ਟੁਰ ਗਏ ਉਹ ਆਂਦੇ ਹਨ ਵੀ ਸਾਡੇ ਸਮਾਲੇ 'ਚ ਵੀ ਇਹ ਗੱਲ ਗਲਤ ਆ ਜਿਹੜੀ ਕਹਿੰਦੇ ਆ ਕਿ ਉੱਥੇ ਉੱਥੇ ਤੀਰ ਵੱਜੇ ਤਾਂ ਉੱਥੇ ਮਰਿਆ। ਤੈਨੂੰ ਮੈਂ ਸਮਝਾ ਲਿਆ ਨਾ ਵੀ ਜਿਹੜਾ ਬੰਦਿਆਂ ਨੂੰ ਇਹਨੇ ਉੱਥੇ ਸ਼ਹੀਦ ਉੱਥੇ ਨਹੀਂ ਹੋਇਆ। ਇਹ ਜੰਡ ਦੇ ਥੱਲੇ ਆ ਗਿਆ ਇਸ ਨੂੰ 12 1 ਵਜੇ ਨੂੰ ਉੱਤੇ ਕੋਈ ਪਰਿੰਦਾ ਬੈਠਾ ਹੈ ਉਹਦੇ ਝੁੰਝੇ ਚਾਂਦਣ ਕੀੜਾ ਹੈ। ਸਾਹਿਬਾਂ ਆਖਿਆ ਮਿਰਜ਼ਾ ਇਹ ਨਿਸ਼ਾਨਾ ਵਿਖਾ ਵੀ ਕੀੜਾ ਮੇਰੀ ਜੋੜੀ 'ਚ ਆ ਜਾਵੇ ਤੇ ਪਰਿੰਦਾ ਹੀ ਵੱਜ ਜਾਵੇ। ਮੁਰਸ਼ਦ ਕਾਮਿਲ ਅਸੂ ਹਜ਼ਰਤ ਨੌਸ਼ੋ ਪਾਕ ਜੋ ਤੀਰ ਮਾਰੇ ਉਸ ਦੀ ਝੁੰਝੇ ਹੀ ਲੱਗਾ ਜਾਂ ਝੁੰਝ ਪਟੀਜੀ ਕੀੜਾ ਸਾਹਿਬਾਂ ਦੀ ਜੋੜੀ 'ਚ ਆ ਗਿਆ ਤੇ ਪਰਿੰਦਾ ਵੀ ਬਚ ਗਿਆ। ਮਿਰਜ਼ਾ ਸਾਂ ਗਿਆ ਸਾ ਵੀ ਤੋਂ 5-6 ਮੀਲ ਲੱਗੇ ਦਾਨਾਬਾਦ ਰਹਿ ਗਿਆ। ਸਾਹਿਬਾਂ ਦੀ ਸੋਚ ਥੋੜੀ ਜਿਹੀ ਪਿੱਛੇ ਚਲੀ ਗਈ ਵੀ 360 ਤੀਰ ਕਮਾਨੇ ਮੇਰੇ ਪੇਕੇ ਹੀ ਆਵਾਰ ਆ ਗਏ ਇਹਦਾ ਨਿਸ਼ਾਨਾ ਬੜਾ ਉਹ ਬੱਚੇ ਛਿੱਕੀ ਥੋੜੀ ਤੀਰ ਰਹਿ ਗਏ 4 ਜਦੋਂ ਗੋੜੀਆਂ ਦੀ ਬਾਹਰ ਵੀ ਆ ਗਈ ਤਾਂ ਬੋੜ ਤੋਂ ਪਰਾਂ ਛਪੜੀ ਹੈ ਪਾਣੀ ਵਾਲੇ ਤੀਰ ਤੋੜ ਦਿੱਤੇ ਸਾਹਿਬਾਂ ਨੇ ਜਰਨੇ ਲੱਗੀ ਰਹੀ ਥੋੜੀ ਰੱਖੋ ਉਹ ਦਲੀਲ ਇੱਕ ਬਾਈ ਗਈ ਨਾ ਉਹਦੇ ਜੀ ਆ 4 ਤੀਰ ਰਹਿ ਗਏ। ਉਹ ਸਾਹਿਬਾਂ ਉਠਾਇਆ ਮਿਰਜ਼ਾ ਪੇਕੇ ਮੇਰੇ ਕੁੱਤੇ ਆ ਗਏ ਸਾਈਆਂ ਜਾਂ ਗੋੜੀਆਂ ਨਾਲ ਕੁੱਤਿਆਂ ਦਾ ਹੀ ਪਿਆਰ ਹੁੰਦਾ ਉਹ ਕੋਈ 4 ਕਨਾਲੀ ਪਿੱਛੇ ਅੱਸੀ ਜਿਹੜੀ ਬਾਹਰ ਮਗਰ ਆਈ ਉਹ ਸਾ ਜੀ ਮਿਰਜ਼ਾ ਉੱਠਿਆ 4 ਤੀਰ ਪਏ ਇਸ ਮੁੜ ਖਾਨ ਸ਼ਮੀਰ ਨੂੰ ਆ ਦਿਨ ਮਾਰ ਲਿਆ ਤਾਰ ਚਟਾਲ ਨਹੀਂ ਮਾਰ ਲਿਆ ਜਿਹੜਾ ਸਾਹਿਬਾਂ ਦਾ ਮਗਰ ਨੂੰ ਦੌੜਾ ਉਹਨਾਂ ਲਾਮ ਤੋਂ ਗੇਰਾ ਪਾ ਲਿਆ ਜਿਸ ਮਿਰਜ਼ਾ ਨੂੰ ਮਾਰਨ ਲੱਗੇ ਸਾਹਿਬਾਂ ਉੱਤੇ ਡਿੱਗ ਪਈ ਵੀ ਇਹਨੂੰ ਨਾ ਮਾਰੋ ਉਹਦਾ ਗਲਾ ਗੁੱਟ ਤੇ ਮਾਰਿਆ ਗਿਆ। ਉਹਨਾਂ ਬੰਦੇ ਗੋੜੀਆਂ ਦੇ ਰੱਖੇ ਤੇ ਪਿੱਛਾ ਖੀਵੇ ਗੋੜੀ ਵਫਾਦਾਰ ਬੱਕੀ ਵੇਖੋ ਵੀ ਦਾਨਾਬਾਦ ਪਹੁੰਚੀ ਅੱਗੂ ਪਿਓ ਬਿਰਾਮਾ ਬੈਣ ਵੇਖੀ ਵੀ ਗੋੜੀ ਆ ਗਈ ਸਖਣੀ ਜਿਹੜੀ ਗਈ ਦੁਬੇਲਾ ਲੈਣ ਆਉਣਾ ਦੋਹਾਂ ਤਾਂ ਖੱਲੀ ਗਈ ਗੋੜੀ ਉਹਨਾਂ ਕਦਮਾਂ ਤੇ ਮੁੜ ਅੱਟ ਪਈ ਪਿਓ ਬਿਰਾਮ ਅਗੇ ਟੁਰ ਪਈ ਵੀ ਜੰਗਲ ਬਾਹਰ ਹੈ। ਗੋੜੀ ਅੱਗੇ ਲੱਗੀ ਗੋੜੀ ਆ ਤੇ ਮਿਰਜ਼ੇ ਸਾਹਿਬਾਂ ਦੇ ਉੱਤੇ ਖਲੋਰੀ ਪਿੱਛੂ ਪਿਓ ਬਿਰਾ ਉਹਨਾਂ ਚਾਇਆ ਇਹ ਖੁਦਾ ਉਹਨਾਂ ਦੇ ਦਿਲ 'ਚ ਰਹਿਮ ਆਇਆ ਅੱਲਾ ਪਾਕ ਉਹਨਾਂ ਨੂੰ ਮਰਲਾ ਇੱਥੇ ਬਖਸ਼ਿਆ ਚਾਹ ਮੁਰਬਿਆਂ 'ਚ ਦੱਸ ਦੇਣੋ ਇਹ ਕਬਰਸਤਾਨ ਹੈ ਦਾਨਾਬਾਦ ਦੇ ਨਾਲ ਮੋਟਰਵੇ ਤੇ ਸੇਮ ਦੇ ਨਾਲ ਮਦਰਸਾ ਕਰ ਸਦਿੰਦਾ ਘਰ ਦੇ ਕੋਲ ਵੀ ਦਫਨਾ ਸਕਦੇ ਹਾਂ। ਇਹ ਆਪਣੀ ਦਾਨਾਬਾਦ ਦੀ ਜਗੀਰ ਸਮੇਂ 'ਚ ਦੋਵਾਂ ਨੂੰ ਇੱਥੇ ਰੱਖਿਆ ਗਿਆ। ਗੋੜੀ ਮੋਢੇ 1.5 ਮਹੀਨਾ ਦੀ ਕਬਰ ਤੇ ਗੁੰਮਦੀ ਬੱਤੀ ਉਹਦੀ ਦਰਬਾਰ ਦੇ ਪਿੱਛੇ ਕਬਰ ਮੋੜਨ ਦੀ ਮਾਂ ਨਸੀਬੋ ਗਈ ਇਹਦੇ ਬਾਬੇ ਰਾਹ ਰਮੂਲ ਕਿ ਆ ਮੇਰੇ ਬੱਚੇ ਦਾ ਬਦਲਾ ਲਓ ਜਿੰਨੇ ਖਰਾ ਲਓ ਜਾਂ ਮੈਂ ਕੌਮ ਦਾ ਹੋਰ ਕਰ ਬਸੇ 300 ਖਰੋੜ ਮੱਝਾਂ ਤੇ ਸੱਡਿਆਂ ਨੂੰ ਨੱਕਾ ਮਾਰ ਤੇ ਗਏ ਵੀ ਗੋੜੀਆਂ ਜਾ ਵੀ ਇਹਦੇ ਲੜਾਈ ਪਿਆ ਸਾਡੇ ਬੰਦੇ ਬਸ ਚੱਲਿਓ ਗੋੜੀਆਂ ਦੁੜਾ ਨਾ ਜਿਹੜੇ ਜੱਲੇ ਉਸ ਲੜਾਈ ਕਿਸੇ ਨੂੰ ਕੋਈ ਨੰਦਾ ਹੀ ਮੋਸੀ ਜਿਹੜੇ ਜੱਲੇ ਮਾਰਿਆ ਜਿਹੜੇ ਵੱਡੇ ਗਾਂ ਛੋਟੇ ਬੱਚੇ ਉਹ ਬਚੇ। ਉਦੋਂ ਜੀ ਰਾਹ ਰਮੂ ਚਲਿਆ ਗਿਆ ਆਪਣਾ ਦਾ ਬਾਬਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਡਸਕੇ 'ਚ ਆਪਣੇ 4 ਪਿੰਡ ਸਾਈਆਂ ਦੇਣ ਇਹ ਸਾਹੀਵਾਲ ਨੂੰ ਰਾਹ ਵੀ ਜਲ ਟੱਪ ਗਿਆ। ਉਦੋਂ ਹਟਿਆ ਇੱਥੇ ਜਿੱਥੇ ਬੈਠਿਆ ਚੜ੍ਹਦੇ 3 ਮੀਲਾਂ ਤੇ ਡੇਕ ਹੈ ਇੱਥੇ ਹੁਣ ਆਪਣਾ ਠੱਟਾ ਵੀ ਜਲ ਕਵਈਆ ਜਿੱਥੋਂ ਸੇਮ ਪੀ ਪਾਉਂਦੀ ਡੇਕ ਨੂੰ ਇੱਥੇ ਆਇਆ ਰਾਹ ਵੀ ਜਲ 5 ਸਾਲਾਂ ਪਿੱਛੋਂ ਹਟ ਤੇ 2 ਖੂਹ ਦਿੱਤੇ ਉਸ ਨਨਕਾਣੇ ਦੇ ਦੂਦੇ ਇੱਕ ਹੋਰਾਂ ਫੈਸਲਾਬਾਦ ਦੇ ਦੂਦੇ ਤਹਿਸੀਲ ਜੜਾਣਾ ਜ਼ਿਲ੍ਹਾ ਫੈਸਲਾਬਾਦ ਇਹ ਸਜੀ ਆਈ ਹੈ ਨਾ ਅੰਗਰੇਜ਼ਾਂ ਦੀ ਹੁਕੂਮਤ ਇਹ ਮੁੜਾ ਕੌਮਾਂ ਹੋਰ ਬਾਗੀਆਂ ਇਹ ਅੰਗਰੇਜ਼ਾਂ ਆਪਣੀ ਜਗੀਰ ਵਰਤਾ ਸੱਟੀ ਜਿਹੜੀ ਰਾਹ ਰਮੂ ਰਾਹ ਵੀ ਜਲ ਕੱਚੀ ਜ਼ਮੀਨ ਦਾ ਕਬਜ਼ਾ ਉੱਥੇ ਜੀ ਜਿਹੜੇ ਇਹਦੇ ਵਿਰਾਗ ਗਰਜੇ ਦੀ ਨਸਲ ਬੱਚਿਆਂ ਸਾਨੂੰ ਮਿਲੀ 90 ਕਿੱਲਾ 45 ਕਿੱਲਾ 2 ਖੂਹਾਂ ਦੀ ਸਰਜੇ ਦੇ ਡੇਕ ਤੋਂ ਲੰਦੇ ਬੈਠਿਆਂ ਨੂੰ ਉਹਨਾਂ ਨੂੰ ਮਿਲੀ 60 ਕਿੱਲਾ ਤੇ ਨੂਰ ਸਮਾਨ ਦੀ ਸਾਹੀਵਾਲ ਆ ਵੀ ਹੈ ਨਾ ਸਦਰ ਬਾਜ਼ਾਰ ਕੋਲ ਐਂ ਕੁਤਾਬ ਨੂੰ ਪਹਿਲੇ ਡਿਪਟੀ ਦਾ ਚੱਕ ਹੁੰਦਾ ਨਾਲ ਬੱਲੋਆਣਾ ਪਿੰਡ ਕੋ 150 ਆਪਣਾ ਘਰ ਉੱਥੇ ਜਿਹੜੇ ਮਿਰਜ਼ੇ ਦੇ ਅਗਾਂ 3 ਬਿਰਾਵਾਂ ਦੀ ਨਸਲ ਚੱਲੀ ਇਹਦੇ ਪਿਓ ਦਾਦੇ 'ਚ ਬਿਲਾਦਰੀ 'ਚ ਆਪਾਂ ਹੀ ਲੱਗੇ ਆਪਣਾ ਜੋ ਕਾਰੋਬਾਰ ਹੈ ਆਪਣੇ ਚੰਗਾ। ਤੁਹਾਡੀ ਰਾਸ਼ਨ ਦਾਨਾਬਾਦ ਦੀ ਕਿ ਇੱਥੇ ਦੀ ਇਹ ਛੱਟਾ ਵੀ ਜਲ ਕੇ ਤੁਹਾਨੂੰ ਦੱਸਿਆ ਇੱਥੇ 3 ਮੀਲਾਂ ਤੇ ਡੇਕ ਦੇ ਚੜ੍ਹਦੇ ਕਿਨਾਰੇ ਕਾਰੋਬਾਰ ਹੁੰਦਾ ਰਿਹਾ ਤੇ ਮੈਂ ਦਿਨ ਰਾਤ ਰਿਹਾ ਇਹਦਾ ਉਰਸ ਹੁੰਦਾ ਹੈ 28 ਤੇ 29 ਮਾਰਚ ਨੂੰ 15 ਚੇਤਰ ਹੁੰਦਾ ਦੇਸੀ ਮਹੀਨਾ ਚੱਟਾਂ ਵਾਲੀ ਕਬੱਡੀ ਕਰਮਨਿਆ 16 ਨੂੰ ਮੁਰਦੀਆਂ ਬਣਾਉਂਦੀਆਂ ਨੇ ਅਸੀਂ ਵੱਡੀ ਰੌਣਕ ਨਹੀਂ ਬਣਾਉਂਦੇ ਕੱਤੇ ਜਦੋਂ ਮੁੰਜੀ ਕਟਿੰਦੀ ਹੈ ਉਸ 40-50 ਗੋੜੀ ਲਿਆਉਂਦੇ ਉਦੋਂ ਤੋਂ ਗੋੜੀਆਂ ਦੀ ਦੌੜ ਕਰਾ ਲੈਣੀ ਆ ਸ਼ੇਰੀ ਗੋੜੀ ਅੱਗੇ ਜਾਂਦੀ ਆ ਮੇਰੀ ਤੇ 23 ਫੱਗਣ ਹੁੰਦਾ ਦੇਸੀ ਮਹੀਨਾ ਹਜ਼ਰਤ ਨੌਸ਼ੋ ਪਾਕ ਕਹਿੰਦੇ ਹਨ ਕਿ 80-90 ਬੰਦਾ ਪਹਿਲੀਆਂ ਮਾਰ ਉਠਵਾਲ ਬੈਠੇ ਨੇ ਯਾਰੇ ਦੇ ਪੋਤਰੇ ਰੋਟੀ ਦੇਣ ਆਪਣੀ ਬਿਲਾਦਰੀ ਠੱਟੇ ਵੀ ਜਲ ਕੀ ਇਹਨਾਂ ਥਾਵਾਂ ਤੋਂ ਠੱਟਾ ਵੀ ਜਲ ਕਵਈਦਾ ਮਿਰਜ਼ੇ ਦੇ ਬਾਪ ਦੇ ਨਾਂ ਉਹ 30 ਸਾਲ ਪਿੱਛੇ ਫੌਤ ਹੋਇਆ ਸਕ ਮੇਰੀ ਬੱਚੇ ਦੇ ਨਾਲ ਕਬਰ ਤੀਜੀ ਕਬਰ ਹੈ ਮਿਰਜ਼ੇ ਦੇ ਬਾਪ ਦੀ ਉਹਦੇ ਉੱਤੇ ਇਹ ਮੁੜ ਜੋ ਇਹ 3 ਰੌਣਕਾਂ ਲਾਪਣੀਆਂ ਬਣਾਉਂਦਾ ਹੈ
ਕਾਰੋਬਾਰ ਰਹਿਣ ਤਾਂ ਮੈਂ ਇੱਥੇ ਰਿਹਾ। ਹੁਣ ਮੈਂ ਸ਼ਾਮੀ ਸਾਈਕਲ ਤੇ ਚੜ੍ਹਨਾ ਤੇ ਘਰ ਵਗ ਜਾਣਾ। ਸੁਬਾਹ ਕੋ 2 ਗੱਡੇ ਪੱਠਿਆਂ ਤੇ ਫਟਾ ਤੇ ਆਪਣਾ ਰੋਟੀ ਖਾ ਤੇ ਆ ਜਾਣਾ। ਝਾੜੂ ਫੇਰ ਕੁੱਲਰ ਪਾਣੀ ਦਾ ਦੌਡੇ ਰੰਗੇ ਬਿਰਾ ਗਏ ਤੇ ਬੋਤਲ ਹੀ ਪਵਾਉਣੀ ਪਈ। ਜੋ ਖਿਜਮਾ ਤੇ ਆਪਣੇ ਕੋਲ ਹੀ ਆ ਬਾਹਰ ਤਖਤੀ ਲੱਗੀ ਹੋਈ ਆਪਣੀ। ਵਾਰਿਸ ਗੁੱਜਰ ਦੀ ਵੀ ਲਵਾਈ ਹੋਈ, ਬਾਬਾ ਨਜ਼ੀਰ ਸ਼ਾਹ ਬਸ਼ੀਰ ਸ਼ਾਹ ਦੀ ਵੀ। ਵਾਰਿਸ ਗੁੱਜਰ ਦੀ ਇਸ ਤਰ੍ਹਾਂ ਲੱਗੀ ਵੀ ਵਾਰਿਸ ਗੁੱਜਰ ਤਹਿਸੀਲ ਖਾਰੀਆਂ ਦਿੱਲੋ ਸ਼ਰੀਫ ਪਿੰਡ ਜਿੰਦੇ ਬੱਚਿਆਂ ਇਮਰਾਨ ਹੋਰਾਂ ਦੀ ਇਮਦਾਦ ਨਾਲ ਦਰਬਾਰ ਤੇ ਅਮੀਰ ਹੋਇਆ ਗਿਆ। ਤੇ ਆਪਣੀ ਲੱਗੀ ਹੋਈ ਵਲਾਇਤ ਮੁੱਖ ਦਾ ਸਾਈ ਗੱਦੀ ਰਸ਼ੀਨ ਖਿਦਾਰੀ ਹੈ ਤੇ ਮੇਰਾ ਪੋਤਰ ਜੀ ਦਾ ਫੋਨ ਨੰਬਰ ਆ ਵੇਲੀ ਕਾਲੀਆਂ ਫੱਟੀਆਂ ਦੋਵੇਂ ਦੇ ਨਾਲ ਹੈ। ਅੱਲਾ ਸੁੱਖ ਦੇ ਨੇ। 28 ਤੇ 29 ਮਾਰਚ ਨੂੰ ਇਹਨਾਂ ਦਾ ਉਰਸ ਹੁੰਦਾ। 28 ਤੇ 29 ਹਾਂ ਮਾਰਚ 28 ਨੂੰ ਆਪਾਂ ਚੱਟਾਂ ਵਾਲੀ ਕਬੱਡੀ ਕਰਾ ਲੈਂਦੇ ਤੇ 29 ਨੂੰ ਮਰਦੀਆਂ ਬਹਿਣਾ ਹੁੰਦੀਆਂ ਅਸੀਂ ਵੱਡੀ ਰੌਣਕ ਨਹੀਂ ਬਣਾਉਂਦੇ। ਠੀਕ। ਹਾਂ ਅੱਲਾ ਸੁੱਖ ਦੇ ਨੇ ਭਾਈ। ਲੋ ਜੀ ਬਾਬਾ ਜੀ ਵਲੈਤ ਸਾਹਿਬ ਨੇ ਤੁਹਾਨੂੰ ਪੂਰੀ ਹਿਸਟਰੀ ਦੱਸੀ ਨੇ ਮਿਰਜ਼ਾ ਸਾਹਿਬਾ ਦੀ ਤੇ ਮਿਰਜ਼ਾ ਜੱਟ ਸਾਹਿਬ ਦੀ। ਤੇ ਇਹਨਾਂ ਦਾ ਕੁਛ ਲੋਕ ਕਹਿ ਰਹੇ ਸੀਗੇ ਜੀ ਕਿ ਪਿੱਛੇ ਕਿਤੇ ਉੱਥੇ ਕਤਲ ਕੀਤਾ ਗਿਆ ਤਾਂ ਉੱਥੋਂ ਮੰਜੀਆਂ ਇੱਥੇ ਲਿਆਂਦੀਆਂ, ਲੇਕਿਨ ਇਹਨਾਂ ਨੇ ਦੱਸਿਆ ਉੱਥੇ ਇਹਨਾਂ ਦੇ ਕੋਈ ਅੱਲਾ ਦੇ ਕੋਈ ਨੇਕ ਬੰਦੇ ਸੀਗੇ, ਜਾਂਦੇ ਹੋਏ ਉਹਨਾਂ ਕੋਲ ਦੁਆ ਕਰਾਉਂਦੇ ਸੀ, ਆਉਂਦੇ ਹੋਏ ਉਹਨਾਂ ਨੂੰ ਮਿਲ ਕੇ ਆਉਂਦੇ ਸੀਗੇ। ਤੇ ਉੱਥੇ ਉਹਨਾਂ ਦਾ ਬਹਿਣੀ ਉੱਠਣੀ ਸੀਗੀ। ਜਿਸ ਤਰ੍ਹਾਂ ਆਪਾਂ ਕਿਤੇ ਰਾਸਤੇ ਤੇ ਜਾਈਦਾ ਕੋਈ ਯਾਰ ਦੋਸਤ ਰਾਹ 'ਚ ਹੋਏ ਉਹਨੂੰ ਜਾਂਦੇ ਮਿਲ ਕੇ ਜਾਣਾ, ਆਉਂਦੇ ਮਿਲ ਕੇ ਆਉਣਾ, ਉਹ ਸੂਰਤ ਹਾਲ ਸੀਗੀ। ਤੇ ਇਹ ਦੋਸਤ ਕਾਫੀ ਸਾਰੇ ਬੈਠੇ ਨੇ, ਬੜੀ ਬੜੀ ਦੂਰ ਤੋਂ ਆਏ ਨੇ। ਇਹ ਨਨਕਾਣਾ ਸਾਹਿਬ ਤੋਂ ਦੋਸਤ ਆਏ ਨੇ, ਕੋਈ ਜਿੰਦਰਿੰਗਾ ਪਿੰਡ ਉੱਥੋਂ ਆਏ ਨੇ, ਇਹ ਹੋਰ ਵੀ ਦੋਸਤ ਪਿੱਛੇ ਬੈਠੇ ਨੇ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਜੰਦਰਾਕਾ ਸ਼ਹਿਰ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਨਨਕਾਣਾ ਸਾਹਿਬ ਤੋਂ ਆਏ। ਬੇਸਿਕਲੀ ਅਸੀਂ ਵੀ ਖਰਲ ਫੈਮਿਲੀ ਨਾਲ ਤਾਲੁਕ ਰੱਖਦੇ ਹਾਂ। ਤੇ ਬਹੁਤ ਸਾਰੇ ਦੋਸਤ ਦੂਰੋਂ ਦੂਰੋਂ ਇੱਥੇ ਤੱਕ ਆਉਂਦੇ ਨੇ, ਇਹਨਾਂ ਦੀ ਜ਼ਿਆਰਤ ਵੀ ਕਰਦੇ ਨੇ। ਲੇਕਿਨ ਉੱਥੇ ਦੁੱਖ ਇਸ ਚੀਜ਼ ਦਾ ਹੁੰਦਾ ਕਿ ਹਕੂਮਤ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਮਜ਼ਾਰਾਂ ਵਾਸਤੇ ਦੇਖੋ ਨਾ, ਪਾਕਿਸਤਾਨ ਦੀ ਇੱਕ ਸ਼ਾਨ ਤੇ ਆਨ ਹੈ ਚੀਜ਼ਾਂ, ਲੋਕ ਦੇਖਦੇ ਵੀ ਆ, ਬੜੀ ਬੜੀ ਦੂਰ ਤੱਕ ਇਹਨਾਂ ਦਾ ਨਾਮ ਵੀ ਆ, ਪੂਰੇ ਪਾਕਿਸਤਾਨ 'ਚ ਨਾਮ ਆ, ਪੂਰੀ ਦੁਨੀਆ 'ਤੇ ਨਾਮ ਆ। ਲੇਕਿਨ ਗੌਰਮੈਂਟ ਦੀ ਤਰਫੋਂ ਇਹਨਾਂ ਦਰਬਾਰਾਂ ਵਾਸਤੇ ਕੁਛ ਨਹੀਂ ਕੀਤਾ ਜਾਂਦਾ। ਸੜਕ ਖਰਾਬ, ਇੱਥੇ ਦੇ ਰਹਿਣ ਵਾਸਤੇ ਮਾਹੌਲ ਬਿਲਕੁਲ ਖਰਾਬ। ਉਹ ਕਹਿੰਦੇ ਕਿ ਅਸੀਂ ਐਡੇ ਕੋਈ ਲੈਂਡਲਾਰਡ ਨਹੀਂ ਹੈਗੇ, ਐਡੇ ਕੋਈ ਅਮੀਰ ਨਹੀਂ ਹੈਗੇ, ਅਸੀਂ ਇਹਨੂੰ ਇੰਨਾ ਅਮੀਰ ਕਰ ਲਈਏ। ਤੇ ਲੋਕਾਂ ਕੋਲੋਂ ਪੈਸੇ ਨਹੀਂ ਮੰਗਦੇ, ਇਹਨਾਂ ਲੋਕਾਂ ਕੋਲੋਂ ਪੈਸੇ ਲੈਂਦੇ ਆ ਆਪਣੀ ਤਫੀਕ ਦੇ ਨਾਲ। ਕੋਈ 10 ਦੇ ਜਾਂਦਾ, ਕੋਈ 50 ਦੇ ਜਾਂਦਾ, ਕੋਈ 100 ਦੇ ਜਾਂਦਾ। ਲੇਕਿਨ ਹਕੂਮਤ ਨੂੰ ਚਾਹੀਦਾ ਕਿ ਇਹਦੇ ਦਰਬਾਰਾਂ ਵਾਸਤੇ, ਇਹਨਾਂ ਵਾਸਤੇ ਕੁਛ ਕੀਤਾ ਜਾਵੇ, ਜਗ੍ਹਾ ਪੱਕੀ ਕੀਤੀ ਜਾਵੇ, ਵਾਸ਼ਰੂਮਾਂ ਵਾਸਤੇ ਜਗ੍ਹਾ ਬਣਾਈ ਜਾਵੇ, ਲੈਟਰਿੰਗ ਦਾ ਇੰਤਜ਼ਾਮ ਕੀਤਾ ਜਾਵੇ, ਤਾਂ ਕਿ ਜਿਹੜੇ ਸਾਡੇ ਲੋਕ ਦੂਰੋਂ ਪਿੰਡਾਂ 'ਚੋਂ ਜਾਂ ਸ਼ਹਿਰਾਂ 'ਚੋਂ ਜਾਂ ਦੂਸਰੀ ਜਗ੍ਹਾ ਤੋਂ ਆਉਂਦੇ ਨੇ, ਦੇਖਦੇ ਨੇ, ਉਹਨਾਂ ਦੀ ਖੁਸ਼ੀ ਮਹਿਸੂਸ ਹੋਵੇ ਔਰ ਦੇਖਣ ਕਿ ਅਸੀਂ ਕਿਹੜੀ ਜਗ੍ਹਾ 'ਤੇ ਆਏ ਨੇ ਤੇ ਕਿਹੜੇ ਮਜ਼ਾਰਾਂ 'ਤੇ ਆਏ ਨੇ। ਤੁਸੀਂ ਕੁਛ ਕਹਿਣਾ ਚਾਹੁੰਦੇ ਜੀ ਇਸ ਮੌਕੇ 'ਤੇ? ਜੀ ਅਸੀਂ ਇਹੀ ਕਹਿਣਾ ਗੌਰਮੈਂਟ ਅੱਗੇ ਅਰਜ਼ੀ ਕਰਨੇ ਆ ਕਿ ਬੇਸਿਕਲ ਸਾਡੀ ਫੈਮਿਲੀ ਦੇ ਜਿਹੜੇ ਖਰਲ ਨੇ ਉਹ ਕੁਛ ਨਹੀਂ ਕਰ ਸਕੇ। ਸਾਡੇ MNA ਵੀ ਰਹੇ ਨੇ, MPA ਵੀ ਰਹੇ ਨੇ, ਲੇਕਿਨ ਇਹ ਸਾਡਾ ਵਿਰਸਾ ਹੈ, ਸਾਡੇ ਖਰਲਾਂ ਦੀ ਸ਼ਾਨ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਇਹਦੇ ਲਈ ਮਤਲਬ ਅੱਛੀ ਜਗ੍ਹਾ ਬਣਾਉਂਦੇ, ਅੱਛੀ ਮਾਹੌਲ ਬਣਾਉਂਦੇ, ਲੋਕ ਆਉਂਦੇ ਵੇਖਦੇ ਖੁਸ਼ ਹੁੰਦੇ, ਲੇਕਿਨ ਸਾਡੀ ਫੈਮਿਲੀ ਨੇ ਕੁਛ ਨਹੀਂ ਕੀਤਾ। ਲਿਹਾਜ਼ਾ ਕਿ ਅਸੀਂ ਹੁਣ ਗੌਰਮੈਂਟ ਅੱਗੇ ਰਿਕੁਐਸਟ ਕਰਨੇ ਆ ਕਿ ਗੌਰਮੈਂਟ ਇਹ ਇੱਕ ਵਿਰਸਾ ਹੈ ਔਰ ਇਸ ਵਿਰਸੇ ਦਾ ਪੂਰੀ ਇੰਟਰਨੈਸ਼ਨਲ ਦੁਨੀਆ ਦੇ ਵਿੱਚ ਇੱਕ ਨਾਂ ਹੈ। ਇਹਨੂੰ ਤੇ ਇਹਦੇ 'ਤੇ ਪੈਸਾ ਲਾ ਕੇ ਇਹਨੂੰ ਤਮੀਰ ਕਰਵਾਇਆ ਜਾਵੇ ਅੱਛੀ ਤਰ੍ਹਾਂ ਸੇ। ਇਹਦੇ ਫੈਸਿਲਿਟੀਆਂ ਸਹੂਲਤਾਂ ਜਿੰਨੀਆਂ ਨੇ ਉਹ ਦੇਣੀਆਂ ਚਾਹੀਦੀਆਂ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜੀ? ਤੁਸੀਂ ਵੀ ਬੜੀ ਦੂਰੋਂ ਦੇਖਣ ਆਏ ਹੋ। ਜੀ ਬਿਲਕੁਲ, ਅਸੀਂ ਵੀ ਇਹ ਚਾਹੁੰਦੇ ਜੀ ਕਿ ਗੌਰਮੈਂਟ ਨੂੰ ਚਾਹੀਦਾ ਹੈ ਕਿ ਇੱਥੇ ਕੋਈ ਅੱਛੀ ਸਹੂਲਤਾਂ ਦਿੱਤੀਆਂ ਜਾਣ। ਦਰਬਾਰ ਸ਼ਰੀਫ ਦੇ ਉੱਪਰ ਜਿਹੜਾ ਹੈ ਇਹਨੂੰ ਮਹਿਕਮਾ ਔਕਾਫ ਦੇ ਅੰਡਰ ਲੈ ਕੇ ਇੱਥੇ ਕੋਈ ਅੱਛਾ ਜਿਹਾ ਸਟਾਲ, ਬਾਜ਼ਾਰ, ਕੋਈ ਖਾਣ ਪੀਣ ਦਾ ਬੰਦੋਬਸਤ ਆਏਗਾ ਰਹਿਣ ਵਾਸਤੇ ਹੋਣਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੇ ਦੋਸਤ ਆ ਉਹਨਾਂ ਨੂੰ ਕੋਈ ਸਹੂਲਤਾਂ ਮਿਲ ਸਕਣ ਇੱਥੇ। ਬਿਲਕੁਲ ਬਿਲਕੁਲ। ਹਾਂਜੀ ਬਿਲਕੁਲ, ਤੁਸੀਂ ਸਾਰੀ ਹਿਸਟਰੀ ਮਿਰਜ਼ਾ ਸਾਹਿਬ ਦੀ ਸੁਣੀ, ਜੱਟ ਸਾਹਿਬ ਦੀ ਸੁਣੀ, ਬਾਬਾ ਜੀ ਨੇ ਸੁਣਾਈ। ਬਾਬਾ ਜੀ ਇੱਥੇ ਮੌਜੂਦ ਹੁੰਦੇ ਨੇ, ਕੋਈ ਵੀ ਦੋਸਤ ਆਵੇ ਬਾਬਾ ਜੀ ਦੀ ਖਿਦਮਤ ਹਾਸਲ ਕਰਨ, ਇਹਨਾਂ ਦੇ ਕੋਲ ਬਹਿਣ, ਇਹਨਾਂ ਕੋਲ ਆਪਣੀ ਮੁਕੰਮਲ ਤਫਸੀਲਾਤ ਸੁਣਨ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਅਬਦੁਰ ਰਹਿਮਾਨ ਕਾਸਿਮ के साथ मियां आबिद हुसैन, फास्ट 92 न्यूज़, फैसलाबाद।